ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਫਰਮਾਨ ਆਵਰ ਸਾਹਿਬ ਕਮਾਲ बारगाहे इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत गुरुदेव जी की महान इनायत का सदका साढ़े सारियां दे सिर ते मेहरमतमई रखे हाथ का सदका जीवन का अज का दिन भी प्राप्त होया और इस नवे दिन की जो नवे जन्म समान है शाम अजीज़ुल नवाज गनीमुल खराज पातशाह गुरु गोबिंद सिंह महाराज जी दे चरण कमलों की खाक दे नाम करना नसीब होया। सतगुरु जी की अथा निवाजिश का सदका मेहरामत का सदका सौदर चौंकी दे कीर्तन रहरास आरती अरदास ते फिर साहिब जी की सदाए खास हुक्मनामे आपने सरवण कीते हैं। कुछ समा होर साहिबे सहाबा मेरियां पीरियां दे दाते अकाल पुरख दा तखत संसार ते प्रगट करने वाले दल पंजन गुर सूरमा वड जोधा बहु परोपकारी छेवें गुरु नानक गुरु हरगोबिंद साहिब महाराज जी दियाँ महान पवित्र गाथावां अमृत जीवन कथड़ियाँ राहीं मन गुरु चरना नाल जुड़ सके। एकाग्रता अदब ते आनंद की दात झोली च पै सके। इसलिए जितने माता भराता हाजरीन हाज़री भर रहे हो पेशतर एकाग्रता लई दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गल वकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक सरवण करदियां इतना आपने प्रेम सहित सरवण किया कि महाराज गुरु हरगोबिंद साहिब जी उन्हां दी महिमा सारे जगत विच फैलदी जा रही है। जैसे सूरज जब चढ़ता है फिर कोई ढोल नगारे नहीं बजाने पैंदे बई सूरज आ गया। उस दियां किरणां गरीब दे घर तक भी पहुँच जांदियां ने कुलियां तक भी पहुँचदियां ने महलों दे मुनारे भी रोशना जाते हैं ते बहुत गहरे खूहां विच भी रोशनी का अनुभव होण लग पैंदा है जद सूरज चढ़दा ते अंधकार दा खुद ब खुद नाश हो जाता है। जिवें भाई साहब भाई गुरदास जी दे बोल ने
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਅੰਧੇਰ ਜਿਹੜਾ ਉਹ ਦੌੜ ਜਾਂਦਾ ਹੈ, ਪਲਾਇਨ ਕਰ ਜਾਂਦਾ ਹੈ ਅਤੇ ਅਲੋਪ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਸਾਰੇ ਜਗਤ 'ਤੇ ਫੈਲ ਰਹੀ ਹੈ। ਬਹੁਤ ਸਾਰੇ ਲੋਕ ਹੁੰਦੇ ਨੇ ਜੋ ਦੂਜੇ ਦੀ ਵਡਿਆਈ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਨਿੰਦਾ ਕਰਨ ਲੱਗ ਪੈਂਦੇ। ਉਹ ਅਗਲੇ ਦੇ ਗੁਣਾਂ ਵੱਲ ਨਹੀਂ ਦੇਖਦੇ। ਦੋ ਤਰ੍ਹਾਂ ਦੀ ਦ੍ਰਿਸ਼ਟੀ ਹੁੰਦੀ ਹੈ। ਇੱਕ ਦ੍ਰਿਸ਼ਟੀ ਨੂੰ ਕਹਿੰਦੇ ਨੇ ਗੁਣਗ੍ਰਾਹੀ, ਇੱਕ ਨੂੰ ਗੁਣਪ੍ਰਾਹੀ। ਜੈਸੇ ਛਾਨਣੀ ਹੁੰਦੀ ਹੈ ਨਾ, ਉਹ ਸਾਰਾ ਆਟਾ ਥੱਲੇ ਸੁੱਟ ਦਿੰਦੀ ਹੈ, ਪੱਥਰ ਸਾਂਭ ਕੇ ਰੱਖ ਲੈਂਦੀ, ਉਹਨਾਂ ਨੂੰ ਨਹੀਂ ਸੁੱਟਦੀ। ਛੱਜ ਆਉਂਦਾ ਉਹ ਕੂੜਾ ਕਰਕਟ ਅੱਗੇ ਸੁੱਟ ਦਿੰਦਾ ਹੈ ਅਤੇ ਨਰੋਲ ਸਾਫ ਸੁਥਰਾ ਅਨਾਜ ਕੋਲ ਰੱਖਦਾ ਜਾਂਦਾ। ਬਿਲਕੁਲ ਇਸੇ ਤਰ੍ਹਾਂ ਦ੍ਰਿਸ਼ਟੀ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਸ਼ੁਭ ਦ੍ਰਿਸ਼ਟ ਅਤੇ ਦੂਸਰੀ ਦੋਖ ਦ੍ਰਿਸ਼ਟ। ਸ਼ੁਭ ਦ੍ਰਿਸ਼ਟ ਨੂੰ ਅਸੀਂ ਪੋਜ਼ੀਟਿਵ ਨਜ਼ਰੀਆ ਕਹਿ ਸਕਦੇ ਹਾਂ ਵੀ ਕੁਝ ਗਲਤ ਵੀ ਦੇਖਿਆ ਤਾਂ ਆਖਿਆ ਕੋਈ ਨਹੀਂ, ਇਹ ਠੀਕ ਹੋ ਜਾਏਗਾ, ਵੱਡੀ ਗਲਤੀ ਨਹੀਂ ਹੈ। ਇਹ ਬਹੁਤ ਵੱਡੀ ਬੰਦਗੀ ਹੈ। ਦੋਖ ਦੇਖਿਆ ਅਤੇ ਫਿਰ ਉਸ ਬਾਰੇ ਬਹੁਤਾ ਤਵੱਜੋ ਨਾ ਦਿੱਤੀ। ਅਤੇ ਇਸੇ ਨੂੰ ਹੀ ਅਸੀਂ ਅਰਦਾਸ ਵਿੱਚ ਮਹਾਰਾਜ ਜੀ ਦੇ ਚਰਨਾਂ 'ਚ ਇਹ ਜ਼ਰੂਰ ਉਚਾਰਨ ਕਰਦੇ ਹਾਂ, ਦੇਖ ਕੇ ਅਣਡਿੱਠ ਕੀਤਾ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਾਰਾ ਦਿਨ ਕੋਈ ਮਨੁੱਖ ਨਾਮ ਜਪੇ, ਚਲਦਿਆਂ ਫਿਰਦਿਆਂ ਜਪ ਕਰੇ, ਜਿਤਨਾ ਜਪ ਦਾ ਫਲ ਹੋਵੇਗਾ। ਜੇ ਜਾਪ ਕਰਦੇ ਹੋਏ ਕਿਸੇ ਦੇ ਦੋਸ਼ ਨੂੰ ਦੇਖ ਕੇ ਅਣਡਿੱਠ ਹੋਰ ਕਰਨਾ ਆ ਜਾਏ ਤਾਂ ਜਾਪ ਦਾ ਫਲ ਕਈ ਗੁਣਾ ਵੱਧ ਜਾਏਗਾ। ਪਰ ਨਿੰਦਕ ਦਾ ਸੁਭਾਅ ਨਹੀਂ ਇਹੋ ਜਿਹਾ ਹੁੰਦਾ। ਉਹ ਕਿਸੇ ਦੇ ਦੋਸ਼ ਦੇਖ ਕੇ ਖੁਸ਼ ਹੁੰਦਾ ਅਤੇ ਗੁਣ ਦੇਖ ਕੇ ਉਹਦਾ ਹਿਰਦਾ ਸੜ ਬਲ ਜਾਂਦਾ। ਜੋ ਦੇਖੈ ਸਿੱਧਰ ਤੋਂ ਨਿੰਦਕ ਉਮਾ ਹੈ, ਭਲਾ ਦੇਖ ਦੁੱਖ ਭਰੀ ਹੈ। ਚੰਗਾ ਉਹਨੂੰ ਦਿਖਾਈ ਪਵੇ ਕਿਸੇ ਦੇ ਘਰ ਵਿੱਚ ਕੋਈ ਲਾਇਕ ਬੱਚਾ ਹੈ, ਚੰਗੇ ਨੰਬਰ ਲੈ ਆਉਂਦਾ, ਉਹ ਬੜਾ ਜਲ ਜਾਏਗਾ ਵੀ ਇਹ ਕੀ ਹੁੰਦਾ ਪਿਆ। ਕਿਸੇ ਦਾ ਮਾਣ ਸਨਮਾਨ ਹੋ ਜਾਏ, 4 ਸਿੱਟੇ ਕਣਕ ਦੇ ਖੇਤਾਂ ਵਿੱਚ ਵੱਧ ਹੋ ਜਾਣ, 2 ਗਾਹਕ ਵੱਧ ਆ ਜਾਣ ਕਿਸੇ ਦੀ ਦੁਕਾਨ 'ਤੇ, ਉਹ ਸੜ ਬਲ ਮਰਦਾ ਹੈ। ਅਤੇ ਫਿਰ ਐਸੇ ਮਨੁੱਖਾਂ ਦਾ ਜੇ ਕੋਈ ਜਪ ਤਪ ਵੀ ਹੋਵੇ ਤਾਂ ਉਹ ਵੀ ਖਤਮ ਹੋ ਜਾਂਦਾ। ਧਿਆਨ ਨਾਲ ਸੁਣਨਾ, ਜਿਹੜਾ ਦੂਜੇ ਦਾ ਭਲਾ ਦੇਖ ਦੁੱਖ ਨਾਲ ਭਰ ਜਾਂਦਾ ਹੈ, ਉਸ ਦਾ ਕੋਈ ਪੁਰਾਣਾ ਜਪ ਤਪ ਵੀ ਹੋਵੇ ਅਤੇ ਉਹ ਵੀ ਸਾਰਾ ਨਾਸ਼ ਹੋ ਜਾਂਦਾ ਹੈ ਅਤੇ ਉਹਦਾ ਜੀਵਨ ਮਹਾਂ ਨਰਕ ਬਣ ਜਾਂਦਾ ਹੈ। ਮਹਾਰਾਜ ਜੀ ਦੀ ਬਾਣੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ, ਮਹਾਂਪੁਰਖਾਂ ਕੀ ਨਿੰਦਾ ਕਾ ਦੇਖ ਜੇ ਤਪੇ ਨੂੰ ਫਲ ਲੱਗਾ, ਸਭ ਗਿਆ ਤਪੇ ਕਾ ਘਾਲਿਆ। ਜਿਤਨੀ ਤਪੱਸਿਆ ਕੀਤੀ ਹੁੰਦੀ ਹੈ, ਜਪ ਤਪ, ਤੀਰਥ ਇਸ਼ਨਾਨ, ਸ਼ੁਭ ਕਰਮ, ਉਹ ਸਾਰਾ ਦੂਜੇ ਦੇ ਵਿਕਾਸ ਨੂੰ ਦੇਖ ਕੇ ਜਲਣ ਨਾਲ ਨਾਸ਼ ਹੋ ਜਾਂਦਾ ਹੈ ਅਤੇ ਜੀਵਨ ਸਭ ਕੁਝ ਖਤਮ ਹੋ ਜਾਂਦਾ। ਇਸ ਤਰ੍ਹਾਂ ਸਮਝ ਲਓ ਜੈਸੇ ਬਹੁਤ ਖੂਬਸੂਰਤ ਕਿਸੇ ਦਾ ਸਜਿਆ ਹੋਇਆ ਘਰ ਹੈਗਾ, ਬੜੇ ਸੋਹਣੇ ਵਾਜ਼ ਲੱਗੇ ਨੇ, ਗੁਲਦਸਤੇ ਨੇ, ਫੁੱਲ ਬੂਟੇ ਨੇ, ਕੀਮਤੀ ਤੋਂ ਕੀਮਤੀ ਬਸਤਰ ਨੇ, ਸਾਜੋ ਸਮਾਨ ਹੈ, ਮਸ਼ੀਨਾਂ ਆਦਿਕ ਨੇ। ਅਤੇ ਜੇ ਉਸ ਘਰ ਵਿੱਚ ਭਾਂਬੜ ਬਲ ਪਵੇ, ਅੱਗ ਲੱਗ ਜਾਏ ਅਤੇ ਕੱਖ ਵੀ ਨਹੀਂ ਬਚਦਾ, ਸਾਰਾ ਕੁਝ ਖਾਕ ਹੋ ਜਾਂਦਾ, ਹੋਰ ਕੁਛ ਵੀ ਨਹੀਂ ਰਹਿੰਦਾ। ਇਸ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਈਰਖਾ ਦੀ ਅੱਗ ਬਲ ਪੈਂਦੀ ਹੈ ਨਾ, ਭਾਂਬੜ ਬਲ ਪੈਂਦੇ ਨੇ, ਫਿਰ ਉਹਨਾਂ ਦੇ ਹਿਰਦੇ ਦਾ ਸਕੂਨ ਉਸੇ ਹੀ ਭਾਂਬੜ ਵਿੱਚ ਬਲ ਜਾਂਦਾ।
ਇਹ ਬਾਹਰ ਦੀ ਅੱਗ ਸਾਡੇ ਧਨ ਨੂੰ ਸਾੜ ਕੇ ਸੁਆਹ ਕਰਦੀ ਹੈ, ਤੇ ਅੰਦਰ ਦੀ ਅੱਗ ਮਤਸਰ, ਈਰਖਾ, ਚੁਗ, ਵੈਰ, ਵਿਰੋਧ, ਇਹ ਜਿਹੜੀ ਅੱਗ ਹੈ ਸਾਡੇ ਧਰਮ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਸਾਡੇ ਅੰਦਰ ਦਾ ਚੈਨ ਮੁੱਕ ਜਾਂਦਾ। ਬੜੇ ਸੋਹਣੇ ਕਾਲਮ ਦੇ ਦੋ ਬੋਲ ਨੇ ਮੇਰੇ ਖਿਆਲ 'ਚ ਆ ਗਏ, ਮੈਂ ਆਪ ਜੀ ਨੂੰ ਸਰਵਣ ਕਰਾ ਦਿੰਦਾ। ਉਹ ਕਹਿੰਦਾ, ਜੋ ਹੱਸ ਰਹਾ ਹੈ ਸੋ ਹੱਸ ਰਹੇਗਾ। ਜਿਸ ਨੂੰ ਪਰਮਾਤਮਾ ਨੇ ਖੁਸ਼ੀਆਂ ਦਿੱਤੀਆਂ ਨੇ ਉਹਨੇ ਖੁਸ਼ੀਆਂ ਮਾਣਨੀਆਂ ਹੀ ਨੇ। ਜੋ ਹੱਸ ਰਹਾ ਹੈ ਸੋ ਹੱਸ ਰਹੇਗਾ, ਜੋ ਰੋ ਰਹਾ ਹੈ ਸੋ ਰੋ ਰਹੇਗਾ। ਤੇ ਜਿਹੜਾ ਉਸ ਨੂੰ ਹੱਸਦੇ ਨੂੰ ਵੇਖ ਕੇ ਰੋਂਦਾ ਹੈ, ਕਲਪਦਾ ਹੈ, ਸੜਦਾ ਹੈ, ਈਰਖਾ ਨਾਲ ਭਰਦਾ ਹੈ, ਪਰਮਾਤਮਾ ਉਹਦੇ ਰੋਣੇ ਹੋਰ ਵਧਾ ਦਿੰਦਾ ਹੈ। ਕੀ ਸਿਆਪਾ ਪਿਆ ਆਪਣੇ ਰੋਣੇ ਵਧਾਈਏ। ਜੋ ਹੱਸ ਰਹਾ ਹੈ ਸੋ ਹੱਸ ਰਹੇਗਾ, ਜੋ ਰੋ ਰਹਾ ਹੈ ਸੋ ਰੋ ਰਹੇਗਾ। ਸਕੂਨੇ ਕਲਬ ਕੋ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਇਸ ਲਈ ਆਪਣੇ ਮਨ ਨੂੰ ਕਿਸੇ ਦੇ ਗੁਣ ਦੇਖ ਕੇ, ਵਡਿਆਈ ਦੇਖ ਕੇ, ਜਿਹੜਾ ਪਰਮਾਤਮਾ ਦਾ ਸ਼ੁਕਰਾਨਾ ਕਰੇ, ਆਖੇ ਪਰਮਾਤਮਾ ਤੂੰ ਦਿੱਤਾ, ਤੇਰੀ ਵਡਿਆਈ, ਪਰਮਾਤਮਾ ਉਸ ਨੂੰ ਵੀ ਵਡਿਆਈ ਦੇ ਦਿੰਦਾ। ਪਰ ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਵਡਿਆਈਆਂ ਦੇਖ ਕੇ ਨਕਸ਼ਬੰਦੀ, ਸ਼ੇਖ ਫਤੀਏ ਔਰ ਇਸ ਤਰ੍ਹਾਂ ਦੇ ਹੋਰ ਲੋਕਾਂ ਦਾ ਹਿਰਦਾ ਸੜ ਬਲ ਗਿਆ। ਬੜੇ ਕ੍ਰੋਧਿਤ ਹੋਏ। ਮਹਾਰਾਜ ਜੀ ਤੇ ਬਿਨਾਂ ਕਾਰਨ ਚੜ੍ਹਾਈ ਕਰਕੇ ਆਏ। ਪਹਿਲੇ 7000 ਤੇ ਦੂਜੇ ਜੰਗ ਵਿੱਚ 14000 ਸੈਨਾ ਮਾਰੀ ਗਈ। ਕੀ ਲੱਭਿਆ, ਕੀ ਪੱਲੇ ਪਿਆ? ਮੱਥਾ ਪਰਮਾਤਮਾ ਨਾਲ ਲਾਉਣਾ ਤੇ ਫਿਰ ਆਖੇ ਬਚ ਜਾਵਾਂਗੇ। ਸਤਿਪੁਰਖਾਂ ਨਾਲ ਮੱਥਾ ਲਾ ਕੇ ਬੰਦਾ ਬਚਦਾ ਨਹੀਂ। ਭਾਵੇਂ ਪੂਰਾ ਜ਼ੋਰ ਲਾਇਆ ਪੈਂਦੇ ਖਾਨ ਨੇ ਕਰਤਾਰਪੁਰ ਦੀ ਜੰਗ ਵਿੱਚ। 3 ਵਾਰੀ ਮਹਾਰਾਜ ਜੀ ਦੇ ਖੰਡੇ ਨਾਲ ਪ੍ਰਹਾਰ ਕੀਤਾ, ਬਈ ਰਹਿਣ ਨਹੀਂ ਦੇਣਾ, ਮੇਰਾ ਖੰਡਾ ਰੋਕਣ ਵਾਲਾ ਕੋਈ ਜੰਮਿਆ ਨਹੀਂ। ਪਰ ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਹ ਨਹੀਂ ਸੀ ਪਤਾ ਬਈ ਮੈਂ ਅਭਿਮਾਨ ਵਿੱਚ ਹਾਂ, ਬਈ ਮੇਰਾ ਖੰਡਾ ਰੋਕਿਆ ਨਹੀਂ ਜਾਣਾ, ਰੋਕਣ ਵਾਲਾ ਕੋਈ ਜੰਮਿਆ ਨਹੀਂ। ਤੇ ਇਹ ਨਹੀਂ ਸੀ ਪਤਾ ਵੀ ਜਿਸ ਨੂੰ ਮੈਂ ਲਲਕਾਰਦਾ ਪਿਆ ਹਾਂ, ਉਹਦੇ ਖੰਡੇ ਦੇ ਸਾਹਮਣੇ ਤੇ 3 ਲੋਕ ਵੀ ਨਹੀਂ ਠਹਿਰ ਸਕਦੇ, ਮੈਂ ਕੀ ਠਹਿਰਨਾ। ਤੇ ਫਿਰ ਕੀ ਹੋਇਆ ਸਭ ਨੂੰ ਪਤਾ ਹੀ ਹੈ, ਆਪ ਜਾਣਦੇ ਹੋ। ਸਰੀਰ 2 ਟੁਕੜਿਆਂ ਵਿੱਚ ਗਿਰਦਾ ਹੋਇਆ ਦਿਖਾਈ ਪਿਆ। ਬਿਲਕੁਲ ਇਸੇ ਤਰ੍ਹਾਂ ਨਿਰਵੈਰੈ ਸੰਗ ਵੈਰ ਰਚਾਏ, ਗੁਰ ਪਰਮੇਸ਼ਰ ਤਾਂ ਕੋ ਮਾਰੈ। ਪਰਮਾਤਮਾ ਆਪ ਉਹਨਾਂ ਨੂੰ ਖਤਮ ਕਰ ਦਿੰਦਾ ਜੋ ਨਿਰਵੈਰ ਹਿਰਦਿਆਂ ਨਾਲ ਵੈਰ ਕਰਦੇ। ਇੱਥੇ ਬਿਨਾਂ ਕਾਰਨ ਸ੍ਰੀ ਹਰਗੋਬਿੰਦਪੁਰ ਵਿਖੇ ਭਗਵਾਨ ਦਾਸ ਘੇਰੜ ਨੇ ਵੈਰ ਕੀਤਾ ਤੇ ਉੱਥੇ ਹੀ ਸੰਘਾਰਿਆ ਗਿਆ। ਅਬਦੁਲ ਖਾਨ ਆਪਣੇ ਪੁੱਤਰਾਂ ਨਾਲ 14000 ਸੈਨਾ ਲੈ ਕੇ ਆਇਆ ਤੇ ਇੱਕ ਵੀ ਵਾਪਸ ਲੈ ਕੇ ਨਹੀਂ ਜਾ ਸਕਿਆ। ਸਾਰੇ ਮੈਦਾਨੇ ਜੰਗ ਵਿੱਚ ਮੌਤ ਦੇ ਮੂੰਹ ਵਿੱਚ ਜਾ ਸਮਾਏ। ਇਹਨਾਂ ਦਿਨਾਂ ਵਿੱਚ ਕੁਝ ਸਮੇਂ ਬਾਅਦ ਸ਼ਾਹਜਹਾਨ ਜਲੰਧਰ ਆਇਆ ਸੀ। ਤੋ ਇਸ ਦਾ ਪੁੱਤਰ ਹੀ ਲਿਖਿਆ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ। ਇਹਨੇ ਸੋਚਿਆ ਹੁਣ ਬੜਾ ਵਧੀਆ ਵੇਲਾ ਹੈ, ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਬਦਲਾ ਲੈਂਦਾ। ਕਾਫੀ ਸਾਰੇ ਹੀਰੇ ਜਵਾਹਰਾਤ, ਸੋਨੇ ਚਾਂਦੀ ਦੇ ਗਹਿਣੇ, ਬਸਤਰ, ਆਭੂਸ਼ਣ ਤੇ ਬੇਇੰਤਹਾ ਕੀਮਤੀ ਘੋੜਾ, ਤੇ ਉਸ ਨੂੰ ਵੀ ਸੋਨੇ ਦੀ ਕਾਠੀ ਪਾ ਕੇ ਤੇ ਸੋਨੇ ਦੀਆਂ ਲੜੀਆਂ ਲਮਕਾ ਕੇ, ਮੱਥੇ ਤੇ, ਗਰਦਨ ਤੇ, ਪੂੰਛਟ ਤੇ ਸ਼ਿੰਗਾਰ ਕਰਕੇ ਤੇ ਸ਼ਾਹਜਹਾਨ ਨੂੰ ਤੋਹਫਾ ਦੇਣ ਵਾਸਤੇ ਆਇਆ। ਤੇ ਮਨ ਵਿੱਚ ਬੜਾ ਖੁਸ਼ ਸੀ ਬਈ ਇੰਝ ਨੇੜਤਾ ਬਣ ਜਾਏ। ਬਾਦਸ਼ਾਹ ਭਾਵੇਂ ਮੈਂ ਅਰਜ਼ ਕਰਾਂ ਕਰੋੜਾਂ ਖਜ਼ਾਨਿਆਂ ਦੇ ਮਾਲਕ ਹੋਣ, ਇੱਕ ਖਜ਼ਾਨੇ ਦੇ ਨਹੀਂ, ਕਰੋੜਾਂ ਖਜ਼ਾਨਿਆਂ ਦੇ ਮਾਲਕ ਹੋਣ,
ਤੇ ਉਹਨਾਂ ਕਰੋੜਾਂ ਖਜ਼ਾਨਿਆਂ ਵਿੱਚ ਕਰੋੜਾਂ ਹੀ ਰੁਪਇਆਂ ਦੇ ਕੀਮਤੀ ਕਰੋੜਾਂ ਹੀ ਹੀਰੇ ਜਵਾਹਰਾਤ ਹੋਣ, ਫਿਰ ਵੀ ਤੋਹਫਿਆਂ ਦੇ ਭੁੱਖੇ ਹੁੰਦੇ। ਸਭ ਤੋਂ ਜ਼ਿਆਦਾ ਭੁੱਖਾ ਬੰਦਾ ਦੇਖਣਾ ਹੋਵੇ ਤਾਂ ਬਾਦਸ਼ਾਹ ਹੀ ਮਿਲੇਗਾ ਜੇ ਨਾਮ ਨਾਲੋਂ ਟੁੱਟਿਆ ਹੋਇਆ। ਬੜੇ ਬੜੇ ਵੱਡੇ ਅਫਸਰ, ਵੱਡੀਆਂ ਵੱਡੀਆਂ ਤਨਖਾਹਾਂ, ਵੱਡੀਆਂ ਵੱਡੀਆਂ ਪਦਵੀਆਂ, ਪਰ 4 ਕੌਡੀਆਂ ਦੇ ਭੁੱਖੇ ਤੁਹਾਨੂੰ ਮਿਲਣਗੇ। ਤੇ ਮਹਾਰਾਜ ਪਤਾ ਕੀ ਕਹਿੰਦੇ ਨੇ, ਇਹਨਾਂ ਦੇ ਘਰ ਵਿੱਚ ਹੀਰੇ ਜਵਾਹਰਾਤ, ਆਪ ਪਾਤਾਲ ਲੋਕ, ਆਕਾਸ਼ ਲੋਕ ਤੇ ਇਹ ਮਿਰਤੂ ਲੋਕ, ਇਹਨਾਂ ਤਿੰਨਾਂ ਪੁਰੀਆਂ ਦੀਆਂ ਦੌਲਤਾਂ ਦੇ ਵੱਡੇ ਵੱਡੇ ਗੱਠਰ ਬੰਨ੍ਹ ਕੇ, ਭਾਰ ਬੰਨ੍ਹ ਕੇ ਇਹਨਾਂ ਨੂੰ ਗਿਲਦ ਦੇ ਦਿਓ, ਫਿਰ ਵੀ ਰੱਜਦੇ ਨਹੀਂ, ਭੁੱਖੇ ਹੀ ਰਹਿੰਦੇ ਨੇ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਬੜੇ ਬੜੇ ਧਨਾੜ ਵੀ ਭੁੱਖੇ ਮਿਲਣਗੇ, ਵੀ ਹੋਰ ਮਿਲ ਜਾਏ, ਕਿਸੇ ਭਰਾ ਦਾ ਹੱਕ ਮਾਰ ਲਈਏ, ਕਿਸੇ ਰਿਸ਼ਤੇਦਾਰ ਦਾ ਮਾਰ ਲਈਏ, ਜਿਹਦੇ ਕੋਲੋਂ ਲਿਆ ਉਹਨੂੰ ਦੇਣਾ ਨਾ ਪਵੇ। ਭੁੱਖ ਅੰਦਰ ਵਧੀ ਹੁੰਦੀ ਹੈ। ਹਾਂ, ਨਾਮ ਹੋਵੇ ਤੇ ਫਿਰ ਸੰਤੋਖ ਹੁੰਦਾ। ਫਿਰ ਤੇ ਭਾਵੇਂ ਝੌਪੜੀ ਵਿੱਚ ਵਸਦਾ ਹੋਵੇ, ਭਾਵੇਂ ਮਹਿਲ ਵਿੱਚ। ਰਾਜੇ ਜਨਕ ਦਾ ਜ਼ਿਕਰ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇਸੇ ਤਰ੍ਹਾਂ ਮੈਂ ਅਰਜ਼ ਕਰਾਂ, ਮਹਾਰਾਜਾ ਰਣਜੀਤ ਸਿੰਘ ਜੀ ਦਾ ਜ਼ਿਕਰ ਹੈ, 9 ਸ਼ੇਰਵਾਨੇ ਆਦਲ ਦਾ ਜ਼ਿਕਰ ਹੈ। ਚੰਗੇ ਵੀ ਤੁਹਾਨੂੰ ਮਿਲਣਗੇ ਤੇ ਕੁੱਲੀਆਂ ਵਿੱਚ, ਝੌਂਪੜੀਆਂ 'ਚ ਬੈਠੇ ਹੋਏ ਭਗਤ ਪੂਰੇ ਆਨੰਦ ਵਿੱਚ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ, ਬੇਪਰਵਾਹ, ਸਦਾ ਰੰਗ ਹਰਕੇ ਜਾਕੋ ਪਾਖ ਸੁਆਮੀ। ਫਿਰ ਬਾਦਸ਼ਾਹਾਂ ਨੂੰ ਆਪਣੀ ਦੌਲਤ ਦਿਖਾਉਣ ਦਾ ਵੀ ਸ਼ੌਕ ਹੁੰਦਾ। ਇਹ ਜਿਹੜੇ ਜਲੂਸ ਨਿਕਲਦੇ ਸਨ ਨਾ, ਜਲੌ ਸਜਦੇ ਸਨ ਬਾਦਸ਼ਾਹ, ਹਾਥੀਆਂ 'ਤੇ ਬੈਠ ਕੇ, ਹੀਰੇ ਜਵਾਹਰਾਤਾਂ ਜੜੇ ਤਾਜ ਪਹਿਨ ਕੇ, ਤੇ ਸੈਨਾ ਦੇ ਕੋਲੋਂ ਆਪਣੇ ਨਗਾਰੇ ਵਜਵਾਉਂਦੇ ਹੋਏ ਨਿਕਲਦੇ ਸਨ। ਇਹਦਾ ਕਾਰਨ ਇਹ ਸੀ ਵੀ ਸਾਡੇ ਧਨ ਦੀ ਨੁਮਾਇਸ਼ ਹੋਵੇ, ਲੋਕਾਂ ਨੂੰ ਪਤਾ ਲੱਗੇ ਇੰਨਾ ਧਨ। ਤੇ ਅੱਗੇ ਵੀ ਲੋਭੀਆਂ ਦੀਆਂ ਭੀੜਾਂ ਹੁੰਦੀਆਂ ਸੀ, ਉਹ ਧਨ ਨੂੰ ਮੱਥੇ ਟੇਕਦੇ, ਵੀ ਹਾਏ ਬੜਾ ਧਨ, ਹਾਏ ਬੜਾ ਪੈਸਾ, ਬੜੇ ਬੜੇ ਹਾਥੀ, ਬੜੇ ਬੜੇ ਘੋੜੇ, ਬੜੀਆਂ ਬੜੀਆਂ ਗੱਡੀਆਂ, ਮਹਿੰਗੀਆਂ ਮਹਿੰਗੀਆਂ ਕਾਰਾਂ। ਬਹੁਤੇ ਤਾਂ ਉਹਨੂੰ ਹੱਥ ਲਾ ਲਾ ਕੇ ਦੇਖਦੇ। ਤੇ ਕਾਰਨ ਕੀ ਹੈ? ਅੰਦਰ ਉਹਨਾਂ ਚੀਜ਼ਾਂ ਦੀ ਭੁੱਖ ਹੈਗੀ ਹੈ, ਕਸ਼ਸ਼ ਹੈਗੀ। ਬਿਲਕੁਲ ਇਸੇ ਤਰ੍ਹਾਂ ਮੈਂ ਅਰਜ਼ ਕਰਾਂ, ਜੇ ਨਾਮ ਕੋਲ ਨਾ ਹੋਵੇ ਫਿਰ ਬਹੁਤ ਰੱਜਿਆ ਵੀ ਭੁੱਖਾ ਹੀ ਹੁੰਦਾ। ਤੇ ਜੇ ਨਾਮ ਕੋਲ ਹੋਵੇ ਤਾਂ ਮਹਾਰਾਜ ਜੀ ਦੇ ਬੋਲ ਨੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜ਼ਾਤ ਨਾ ਪਤ ਨਾ ਆਦਰੋ, ਉਦਿਆਨ ਪਰ ਮਿੰਨਾ, ਮਿੱਤਰ ਨਾਇਠ ਤਨ ਰੂਪਹੀਣ, ਕਿਛ ਸਾਕ ਨਾ ਸਿੰਨਾ। ਤੇ ਫਿਰ ਕਹਿੰਦੇ ਨੇ, ਤਿਸ ਕੀ ਧੂੜ ਮਨ ਉਦਰੇ, ਪ੍ਰਭ ਹੋਏ ਸੋ ਪ੍ਰਸੰਨਾ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਨਾਮ ਨਾਲ ਮਨ ਜੁੜਿਆ ਹੋਇਆ, ਭਿੱਜਿਆ ਹੋਇਆ ਤੇ ਰਾਜਾ। ਅਸਲ ਰਾਜ ਤਾਂ ਹੈ ਹੀ ਹੈ। ਰਾਜੇ ਦਾ ਮਤਲਬ ਰੱਜਿਆ ਹੋਇਆ, ਜਿਸ ਨੂੰ ਕੋਈ ਭੁੱਖ ਨਹੀਂ ਹੈ, ਤੇ ਜਿਹੜਾ ਦਿਨੇ ਰਾਤ ਟੈਕਸ ਵਧਾਈ ਜਾਏ, GSTਆਂ, PSTਆਂ ਤੇ ਹੋਰ TSTਆਂ ਲਾਈ ਜਾਵੇ, ਉਹ ਫਿਰ ਭੁੱਖਾ ਹੀ ਹੋਇਆ। ਫਿਰ ਰਾਜਾ ਕਾਹਦਾ ਹੋਇਆ? ਰਾਜਾ ਥੋੜ੍ਹੀ ਆਖਿਆ ਜਾ ਸਕਦਾ। ਦਿਨ ਰਾਤ ਮਸਰਾਂ ਦੀ ਦਾਲ ਦੇ ਮੁੱਲ ਵਧਾਈ ਜਾਏ ਤੇ ਫਿਰ ਆਖੋਗੇ ਬਈ ਇਹ ਰਾਜਾ ਹੈ? ਨਹੀਂ, ਮਹਾਂ ਭੁੱਖੇ ਲੋਕ ਵੱਡੀਆਂ ਵੱਡੀਆਂ ਪਦਵੀਆਂ 'ਤੇ ਬੈਠੇ ਹੋਏ ਤੁਹਾਨੂੰ ਦਿਖਾਈ ਪੈ ਜਾਣ, ਪਰ ਜੇ ਨਾਮ ਕੋਲ ਹੈ ਤੇ ਫਿਰ ਮੈਂ ਅਰਜ਼ ਕਰਾਂ, ਕੁਛ ਵੀ ਨਹੀਂ ਕਬੀਰ ਦੇ ਕੋਲ, ਪਰ ਰੱਜਿਆ ਹੋਇਆ, ਪਰਵਾਹ ਨਹੀਂ। ਰਵਿਦਾਸ ਜੀ ਮਹਾਰਾਜ ਮਸਾਂ ਹੀ 2 ਆਨੇ ਕਿਤੇ 2-4 ਦਿਨਾਂ ਬਾਅਦ ਕਮਾਉਂਦੇ, ਤੇ ਉਹਨਾਂ ਨੂੰ ਰਾਜੇ ਨੇ ਦੇ ਦਿੱਤਾ ਪਾਰਸ। ਆਖਿਆ, ਭਗਤ ਜੀ ਪਾਰਸ ਰੱਖ ਲਓ, ਇਹਦੇ ਨਾਲ ਸੋਨਾ ਬਣਾਈਦਾ ਤੇ ਜੋ ਮਰਜ਼ੀ ਵਟਕ ਕਰ ਲਈਦੀ ਹੈ, ਮਹਿਲ ਬਣਾ ਲਓ, ਕਿਲੇ ਬਣਾ ਲਓ, ਇਹਦੇ ਨਾਲ ਸੋਨਾ ਬਣਦਾ। ਉਹ ਕਹਿਣ ਲੱਗੇ, ਆਪਾਂ ਕੀ ਕਰਨਾ ਹੈ, ਸਾਡਾ ਗੁਜ਼ਾਰਾ ਵਧੀਆ ਹੁੰਦਾ ਹੈ, ਪ੍ਰਸ਼ਾਦਾ ਮਿਲ ਜਾਂਦਾ ਹੈ, ਕੱਪੜਾ ਮਾੜਾ ਚੰਗਾ ਮਿਲ ਜਾਂਦਾ ਹੈ,
ਅਸੀਂ ਕੀ ਕਰਨੇ ਨੇ ਮਹਿਲ, ਸਾਡੀਆਂ ਤਾਂ ਲੋੜਾਂ ਹੀ ਬੜੀਆਂ ਥੋੜੀਆਂ ਨੇ, ਸਾਨੂੰ ਲੋੜ ਨਹੀਂ ਤੁਸੀਂ ਰੱਖੋ, ਤੁਸੀਂ ਮਹਿਲ ਬਣਾਉਣੇ, ਕਿਲੇ ਬਣਾਉਣੇ। ਉਹ ਜਿੱਦ ਕਰਕੇ ਕਹਿਣ ਲੱਗੇ ਚੱਲ ਕੋਈ ਨਹੀਂ, ਤੁਸੀਂ 6 ਮਹੀਨੇ ਰੱਖੋ ਫਿਰ ਲੈ ਜਾਵਾਂਗੇ। ਉਹ ਰਾਜਾ ਕਿਧਰੇ 6 ਮਹੀਨੇ ਬਾਅਦ ਫਿਰ ਆਇਆ ਤੇ ਦੇਖਿਆ, ਮਨ 'ਚ ਸੋਚਿਆ ਵੀ ਇੱਕ ਉਹਦੇ ਤੇ ਬੜੇ ਮਹਿਲ ਬਣਾ ਲਏ ਹੋਣੇ, ਬਨਾਰਸ ਵਰਗਾ ਨਵਾਂ ਸ਼ਹਿਰ ਵਸਾ ਲਿਆ ਹੋਣਾ, ਪਾਰਸ ਦੇ ਕੇ ਗਏ ਸੀ। ਤੇ ਇੱਕ ਦੋ ਨੂੰ ਪੁੱਛਿਆ ਵੀ ਰਵਿਦਾਸ ਦੇ ਮਹਿਲ ਕਿੱਥੇ ਨੇ? ਉਹ ਕਹਿਣ ਲੱਗੇ ਕਿਹੜਾ ਰਵਿਦਾਸ, ਕਿਹਦੇ ਮਹਿਲ? ਕਿਹਾ ਉਹ ਇੱਕ ਜੁੱਤੀਆਂ ਗੰਢਦਾ ਹੁੰਦਾ ਸੀ, ਉਹਦੇ ਮਹਿਲ ਕਿੱਥੇ ਨੇ? ਉਹ ਕਹਿਣ ਲੱਗੇ ਜੀ ਉਹਦੇ ਮਹਿਲ ਮੂਲ ਕੋਈ ਨਹੀਂ, ਉਹ ਕੁੱਲੀ ਵਿੱਚ ਹੀ ਰਹਿੰਦਾ। ਬੜਾ ਹੈਰਾਨ ਹੋਇਆ, ਬੜਾ ਨਾ ਸਮਝ। ਵਾਕਈ ਕੁੱਲੀ ਵਿੱਚ ਗਏ ਤੇ ਉਸਨੇ ਪੁੱਛਿਆ ਭਗਤ ਜੀ ਮੈਂ ਪਾਰਸ ਦੇ ਗਿਆ ਸੀ, ਕਿੱਥੇ ਕੀਤਾ ਹੈ? ਤੇ ਭਗਤ ਜੀ ਕਹਿਣ ਲੱਗੇ ਸਾਨੂੰ ਤਾਂ ਖਿਆਲ ਹੀ ਨਹੀਂ ਰਿਹਾ ਕਿਹੜਾ ਪਾਰਸ ਦੇ ਗਿਆ, ਕਿੱਥੇ ਰੱਖਿਆ ਸੀ ਮੈਨੂੰ ਨਹੀਂ ਪਤਾ, ਮੈਂ ਨਹੀਂ ਦੇਖਿਆ। ਤੇ ਉਸਨੇ ਜਿੱਥੇ ਛੱਪਰ ਦੀ ਬੱਤੀ ਵਿੱਚ ਟੰਗਿਆ ਸੀ ਨਾ, ਬੱਤੀ ਉਸ ਬੰਧ ਨੂੰ ਕਹਿੰਦੇ, ਰੱਸੀ ਨੂੰ ਜਿਹਦੇ ਨਾਲ ਡੰਡੇ ਬੰਨ੍ਹ ਕੇ ਕੱਖ ਲੁਕਾਏ ਹੁੰਦੇ, ਉੱਥੇ ਹੀ ਟੰਗਿਆ ਹੋਇਆ ਸੀ। 6 ਮਹੀਨੇ ਦੇਖਿਆ ਹੀ ਨਹੀਂ, ਚਰਨਾਂ 'ਤੇ ਪੈ ਗਿਆ। ਕਿਹਾ ਮੈਂ ਤੇ ਭੁੱਖਾ ਦੇ ਕੇ ਫਿਰ ਲੈਣ ਆ ਗਿਆ, ਅਸਲੀ ਰਾਜਾ ਤੇ ਤੂੰ ਹੈ, ਤੇਰੇ ਕੋਲ ਹੈ, ਤੂੰ ਦੇਖਿਆ ਤੱਕ ਨਹੀਂ, ਤੈਨੂੰ ਪਰਵਾਹ ਕੋਈ ਨਹੀਂ। ਇਹ ਨਾ ਦੇਖਣਾ ਬਈ ਬੜੀ ਵੱਡੀ ਗੱਦੀ 'ਤੇ ਬੈਠਾ ਹੈ, ਬੜਾ ਧਨ ਹੈ, ਬੜੇ ਨੌਕਰ ਚਾਕਰ ਨੇ, ਬੜਾ ਰੱਜਿਆ। ਇਹ ਸ਼ਾਹਜਹਾਨ ਵੀ ਅਵਿਭਾਜਿਤ ਹਿੰਦੁਸਤਾਨ ਦੇ ਤਖਤ 'ਤੇ ਬੈਠਾ, ਹੀਰੇ ਜਵਾਹਰਾਤ, ਕਿਲੇ, ਸੈਨਾ, ਰੈਕਲੇ, ਜੰਬੂਰੇ, ਤੋਪਾਂ, ਹਾਥੀ, ਘੋੜੇ, ਮਾਲੋ ਜ਼ਰ, ਕੋਈ ਸ਼ੁਮਾਰ ਨਹੀਂ ਹੈ। ਪਰ ਲਾਲਚ ਕਰ ਲੈਂਦਾ, ਕੋਈ ਇਸ ਤਰ੍ਹਾਂ ਦੇ ਜਾਏ ਤੇ ਫਿਰ ਲੈ ਕੇ ਬੜਾ ਖੁਸ਼ ਹੁੰਦਾ। ਇਸਨੇ ਵੀ ਸੋਚਿਆ ਬਈ ਇਹੀ ਤਰੀਕਾ ਹੈ, ਮੈਂ ਦੇ ਕੇ ਧਨ ਖੁਸ਼ ਕਰ ਲਵਾਂਗਾ ਤੇ ਫਿਰ ਮਹਾਰਾਜ ਦੇ ਖਿਲਾਫ ਕਰ ਦੇਵਾਂਗਾ। ਬੜੀਆਂ ਚੁਗਲੀਆਂ ਕੀਤੀਆਂ। ਆਖਿਆ ਦੀਵਾਨ ਚੰਦੂ ਦੇ ਪੁੱਤਰ ਨੂੰ ਵੀ ਰਤਨ ਚੰਦ ਨੂੰ ਮਾਰ ਦਿੱਤਾ, ਘੇਰੜ ਦੇ ਪੁੱਤਰ ਕਰਮ ਚੰਦ ਨੂੰ ਮਾਰ ਦਿੱਤਾ, ਮੇਰੇ 2 ਭਰਾਵਾਂ ਤੇ ਪਿਤਾ ਅਬਦੁਲ ਖਾਨ ਨੂੰ ਮਾਰ। ਤੇ ਕਿਸੇ ਦਾ ਡਰ ਭੈ ਉਹਨਾਂ ਦੇ ਮਨ ਵਿੱਚ ਹੈ ਹੀ ਨਹੀਂ। ਇਸ ਲਈ ਤੁਸੀਂ ਸੈਨਾ ਦਿਓ ਤੇ ਉਸ ਨੂੰ ਮਾਰੀਏ। ਬੜਾ ਉਤਪਾਤ ਮਚਾਇਆ ਹੋਇਆ। ਮਹਾਰਾਜ ਤੇ ਅੰਮ੍ਰਿਤ ਜਲ ਵਰਸਾ ਰਹੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਜੀ ਦੇ ਆਗਮਨ 'ਤੇ 6 ਮਾਲਾਂ ਵਾਲਾ ਖੂਹ ਬਣਾਇਆ ਸੀ, 6 ਹਰਟਾ। ਉਹਦਾ ਮਤਲਬ ਪਤਾ ਕੀ ਸੀ? ਥੋੜ੍ਹਾ ਗਹਿਰਾਈ ਨਾਲ ਦੇਖਣਾ, ਆਪ ਦੂਰ ਦਰਾਜ਼ ਤੱਕ ਸਰਵਣ ਕਰਦੇ ਆ ਰਹੇ ਹੋ। ਮਤਲਬ ਇਹ ਸੀ ਵੀ ਜਿਤਨਾ ਪਹਿਲੇ 5 ਜਾਮਿਆਂ ਵਿੱਚ ਜੋੜਿਆ ਗਿਆ ਹੈ, ਨਾਮ ਨਾਲ ਹਿਰਦਿਆਂ ਨੂੰ ਦੁੱਖਾਂ ਤੋਂ ਬਚਾਇਆ ਗਿਆ, ਤਪਤ ਦਾ ਨਾਸ਼ ਕੀਤਾ ਗਿਆ, ਉਹਨਾਂ 5 ਜਾਮਿਆਂ ਜਿੰਨਾ ਇਕੱਲੇ ਗੁਰੂ ਹਰਗੋਬਿੰਦ ਸਾਹਿਬ ਜੋੜ ਦੇਣਗੇ। 6 ਖੂਹਾਂ ਦੇ ਬਰਾਬਰ ਜਲ ਆਵੇਗਾ, ਅੰਮ੍ਰਿਤ ਬਰਸੇਗਾ, ਸੁੱਕੇ ਪੌਦੇ ਹਰੇ ਹੋਣਗੇ। ਔਰ ਵਾਕਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6 ਖੂਹਾਂ ਦਾ ਇੱਕ ਖੂਹ ਹੈ ਅੰਮ੍ਰਿਤ ਦਾ, ਅੰਮ੍ਰਿਤ ਕੁੰਵਟਾ। ਸੁੱਕੇ ਹੋਏ ਪਿੱਪਲ ਤੇ ਨਾਨਕ ਮਤਾ ਸਾਹਿਬ ਛੱਟੇ ਮਾਰੇ ਤੇ ਹਰਿਆ ਹੋ ਗਿਆ। ਅੱਜ ਵੀ ਹਰਾ ਹੀ, ਸੁੱਕਿਆ ਨਹੀਂ ਦੁਬਾਰਾ। ਅੰਮ੍ਰਿਤ ਦਾ ਸਾਗਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਪਰ ਕੀ ਕਰੀਏ, ਇਹ ਹਿਰਦੇ ਈਰਖਾ ਨਾਲ ਭਰੇ ਹੋਏ, ਇਹਨਾਂ ਨੂੰ ਨਹੀਂ ਚੰਗਾ ਲੱਗਦਾ। ਭਲਾ ਦੇਖ ਦੁੱਖ ਭਰੀ ਹੈ, ਇਹਨਾਂ ਦਾ ਮਨ ਦੁੱਖ ਨਾਲ ਭਰਿਆ ਹੋਇਆ। ਤੋ ਜਹਾਂਗੀਰ ਨੂੰ ਇਸ ਤਰ੍ਹਾਂ ਉਕਸਾਇਆ ਤੇ ਲਾਲਚ ਦਿੱਤਾ ਤੇ ਉਸਨੇ ਕਿਹਾ ਠੀਕ ਹੈ 20,000 ਸੈਨਾ ਲੈ ਜਾਓ। ਤੇ ਜਾ ਕੇ ਜਾਂ ਪਹਿਲੇ ਬਾਜ਼ ਖੋਇਆ ਸੀ ਤਾਂ ਲੜਾਈ ਹੋਈ, 7,000 ਸੈਨਿਕ ਮਾਰ ਦਿੱਤਾ, ਮੁਖਲਸ ਖਾਨ ਨੂੰ ਮਾਰ ਦਿੱਤਾ, ਹੁਣ ਘੇਰੜ ਨੂੰ ਮਾਰ ਦਿੱਤਾ, ਅਬਦੁਲ ਖਾਨ ਨੂੰ ਮਾਰ ਦਿੱਤਾ, 14,000 ਸੈਨਾ ਫਿਰ ਮਾਰ ਦਿੱਤੀ। ਹੁਣ 20,000 ਲੈ ਜਾਓ ਤੇ ਹੁਣ ਫੜ ਕੇ ਲਿਆ। ਇਹ ਪ੍ਰਕਰਨ ਚੱਲ ਰਿਹਾ ਸੀ, ਵਿਚਾਰ ਚੱਲ ਰਹੀ ਸੀ।
ਤੇ ਇਤਨੇ ਨੂੰ ਜਿਸ ਨੂੰ ਬਾਅਦ ਵਿੱਚ ਲਾਹੌਰ ਦਾ ਗਵਰਨਰ ਥਾਪਿਆ ਗਿਆ, ਉਹ ਵਜ਼ੀਰ ਖਾਂ ਆ ਗਿਆ ਜਿਹੜਾ ਮਹਾਰਾਜ ਦੇ ਘਰ ਦਾ ਸੇਵਕ ਸੀ। ਕਥਾ ਬੜੀ ਕੀਮਤੀ ਹੈ ਤੇ ਸੁਣਨ ਵਾਲੀ। ਇਹ ਵਿਚਾਰ ਚੱਲ ਰਹੇ ਸਨ। ਆਖਿਆ ਚੰਦੂ ਨੰਦਨ ਘੇਰੜ ਨੰਦਨ ਕਰਿਓ ਕਹਿਰ ਗੁਰ ਕਰੇ ਨਿਕੰਦਨ, ਤਰਾਸ ਨਾ ਪਾਏ ਕਹੂੰ ਤੇ ਸੋਈ ਨਰਨ ਹਜ਼ਾਰਨ ਕੀ ਮ੍ਰਿਤ ਹੋਈ। ਹਜ਼ਾਰਾਂ ਬੰਦਿਆਂ ਨੂੰ ਮਾਰ ਦਿੱਤਾ ਹੈ। ਤੀਰ ਮਾਰਦਾ 4-4 ਇਕੱਠਿਆਂ ਵਿੱਚੋਂ ਲੰਘ ਜਾਂਦਾ ਹੈ। ਔਰ ਇਸ ਤਰ੍ਹਾਂ ਦੇ ਨਾਲ ਫਿਰ ਜਹਾਂਗੀਰ ਵੀ ਕ੍ਰੋਧਿਤ ਹੋਇਆ, ਐਸਾ ਜਹਾਨ ਕ੍ਰੋਧਿਤ ਹੋਇਆ ਤੇ ਆਖਿਆ 20,000 ਬਾਹਣੀ ਜਾਵੇ ਗੁਰ ਕੋ ਪਕੜ ਮੋਹੇ ਢਿਗ ਲਿਆਵੇ। ਗੁਰੂ ਹਰਗੋਬਿੰਦ ਜੀ ਨੂੰ ਫੜ ਕੇ ਤੇ ਮੇਰੇ ਕੋਲ ਲਿਆਵੋ। ਬਾਜ ਹੇਤ ਮੈਂ ਕੀਨਸ ਟਾਰੋ, ਪੁਨ ਲਰ ਮੁਖਲਸ ਖਾਂ ਰਣ ਮਾਰੋ। ਪਹਿਲੇ ਬਾਜ਼ ਕਰਕੇ ਜੰਗ ਹੋਈ ਸੀ, ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਫਿਰ ਮੁਖਲਸ ਖਾਨ ਨੂੰ ਮਾਰ ਦਿੱਤਾ, ਫਿਰ ਇਸ ਤਰ੍ਹਾਂ ਅਬਦੁਲ ਖਾਨ ਨੂੰ ਮਾਰ ਦਿੱਤਾ। ਜਲ ਅੰਦਰ ਸੂਬਾ ਬਰਿਆਮੂ ਸੈਨਾ ਸਹਿਤ ਪਠਿਓ ਜਮ ਧਾਮੂ। ਜਲੰਧਰ ਦਾ ਸੂਬਾ ਅਬਦੁਲ ਖਾਨ ਬੜਾ ਸੂਰਮਾ ਸੀ ਤੇ ਸੈਨਾ ਸਮੇਤ ਹੀ ਉਸ ਨੂੰ ਖਤਮ ਕਰ ਦਿੱਤਾ। ਇਸ ਲਈ ਜਾਓ ਜਾ ਕੇ 20,000 ਸੈਨਾ ਲੈ ਜਾਓ ਤੇ ਫੜ ਕੇ ਲਿਆਓ। ਇਹ ਗੱਲ ਚੱਲ ਰਹੀ ਸੀ ਤੇ ਵਜ਼ੀਰ ਖਾਂ ਆ ਗਿਆ। ਬੜਾ ਸੋਹਣੇ ਬੋਲ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ। ਕਹਿੰਦੇ ਨੇ ਇਤਨੇ ਮੈਂ ਵਜ਼ੀਰ ਖਾਂ ਆਇਓ, ਰਿਸਿਓ ਲਖਿਓ ਕਰ ਜੋਰ ਅਲਾਇਓ। ਦੇਖਿਆ ਸ਼ਾਹਜਹਾਨ ਬੜਾ ਕ੍ਰੋਧਿਤ ਹੈ ਤੇ ਹੱਥ ਜੋੜ ਕੇ ਉਸਨੇ ਆਖਿਆ, ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਇਤਨੇ ਮਹਿ ਵਜ਼ੀਰ ਖਾਂ ਆਇਓ। ਇਹ ਗੱਲ ਚੱਲ ਰਹੀ ਸੀ ਤੇ ਵਜ਼ੀਰ ਖਾਨ ਆ ਪਹੁੰਚਿਆ। ਰਿਸਿਓ ਲਖਿਓ ਕਰ ਜੋਰ ਅਲਾਇਓ। ਦੇਖਿਆ ਬਈ ਸ਼ਾਹਜਹਾਨ ਬੜਾ ਕ੍ਰੋਧਿਤ ਹੋਇਆ ਹੈ, ਕਿਉਂਕਿ ਘੋੜਾ ਜੋ ਮਿਲਿਆ ਸ਼ਿੰਗਾਰਿਆ ਹੋਇਆ, ਹੀਰੇ ਜਵਾਹਰਾਤਾਂ ਦੇ ਭਰੇ ਥਾਲ ਮਿਲੇ ਨੇ, ਨਾਲੇ ਉਹਨੇ ਚਾਪਲੂਸੀਆਂ ਵੀ ਰੱਜ ਕੇ ਕੀਤੀਆਂ। ਇਹੋ ਜਿਹੇ ਬੰਦੇ ਇਹ ਹੀ ਕਰਦੇ, ਕਿਸੇ ਨੂੰ ਡਰਾਉਂਦੇ ਨੇ ਤੇ ਜਿਤਨਾ ਕਿਸੇ ਨੂੰ ਡਰਾਉਂਦੇ ਨੇ ਉਤਨਾ ਕਿਸੇ ਉਤਲੇ ਤੋਂ 100 ਗੁਣਾ ਡਰਦੇ ਵੀ ਨੇ। 1 ਮਿੰਟ ਵਿੱਚ ਹੋਠ ਸੁੱਕ ਜਾਂਦੇ ਨੇ ਤੇ ਚਿਹਰਾ ਉਤਰ ਜਾਂਦਾ ਹੈ ਤੇ ਆਵਾਜ਼ ਨਹੀਂ ਨਿਕਲਦੀ, ਗਲਾ ਬਹਿ ਜਾਂਦਾ ਹੈ। ਤੇ ਇਸ ਤਰ੍ਹਾਂ ਹੋਣਗੇ। ਪਹਿਲਾਂ ਬੜੇ ਸੂਰਮੇ ਬਣੇ ਹੁੰਦੇ ਨੇ ਤੇ ਫਿਰ ਮੁਰਦੇਹਾਨੀ ਛਾ ਜਾਂਦੀ, ਮੁਰਦੇ ਬਣ ਜਾਂਦੇ। ਇਸ ਕਰਕੇ ਲੋਕਾਂ ਨੂੰ ਡਰਾਉਣ ਦੀ ਲੋੜ ਨਹੀਂ। ਮਹਾਰਾਜ ਕਹਿੰਦੇ ਨੇ ਗਿਆਨਵਾਨ ਸਿਆਣਾ ਦਾਨਾ ਉਹੀ ਪੁਰਖ ਹੈ, ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਇਹ ਵਲੀ ਖਾਨ ਬੜਾ ਖੁਸ਼ ਹੋਇਆ ਤੇ ਵਜ਼ੀਰ ਖਾਂ ਆ ਪਹੁੰਚਿਆ। ਪ੍ਰਥਮ ਸੁਣੀ ਮੈਂ ਇਹ ਬਿਦ ਸਾਰੀ। ਤੇ ਬਾਦਸ਼ਾਹ ਸ਼ਾਹਜਹਾਨ ਨੂੰ ਆਖਣ ਲੱਗਾ, ਜਹਾਂ ਬਣਾਏ ਸਾਰੀ ਗੱਲ ਮੈਂ ਸੁਣੀ ਹੋਈ, ਮੈਨੂੰ ਪਤਾ ਹੈ ਸਾਰੀ ਕਹਾਣੀ ਦਾ। ਅਪਰਾਵਰ ਟਿਕ ਕਰੋ ਉਚਾਰੀ। ਪਰ ਮੈਂ ਤੁਹਾਡੇ ਨਾਲੇ ਜ਼ਿਕਰ ਸਾਂਝਾ ਨਹੀਂ ਕੀਤਾ, ਹੁਣ ਮੈਂ ਦੱਸਦਾ ਹਾਂ। ਸਤਿਗੁਰ ਪੀਰ ਰੂਪ ਉਪਕਾਰੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪੀਰ ਦਾ ਮਤਲਬ ਹੈ ਵੱਡੇ ਬਜ਼ੁਰਗ ਨੇ, ਜ਼ਈਫ ਨੇ, ਮਹਾਨ ਨੇ ਤੇ ਪਰਉਪਕਾਰੀ ਹਨ, ਪੀਰਾਨ ਪੀਰ ਹਨ। ਸਭ ਪਰ ਕਰੁਣਾ ਦ੍ਰਿਸ਼ਟ ਨਿਹਾਰੀ। ਤੇ ਭਾਵੇਂ ਕੋਈ ਉਹਨਾਂ ਦੇ ਸਾਹਮਣੇ ਆਵੇ, ਸਾਰਿਆਂ ਤੇ ਮਿਹਰ ਦੀ ਨਜ਼ਰ ਕਰਦੇ, ਕਰੁਣਾ ਭਰੀ ਕਰੁਣਾਮਈ ਦ੍ਰਿਸ਼ਟੀ ਨਾਲ ਦੇਖਦੇ ਹਨ। ਹਿੰਦੂ ਤੁਰਕ ਏਕ ਸਮਝਾਨ ਹੈ। ਐਸਾ ਹਿਰਦਾ ਹੈ ਉਹਨਾਂ ਦਾ, ਬਈ ਹਿੰਦੂ ਹੋਵੇ, ਤੁਰਕ ਹੋਵੇ, ਉੱਚਾ ਹੋਵੇ, ਨੀਵਾਂ ਹੋਵੇ, ਅਮੀਰ ਗਰੀਬ, ਪੜ੍ਹਿਆ ਅਨਪੜ੍ਹਿਆ, ਭੋਲਾ ਚਲਾਕ, ਕੋਈ ਹੋਵੇ, ਉਹ ਸਭ ਨੂੰ ਇੱਕੋ ਜਿਹਾ ਪਿਆਰ ਦਿੰਦੇ ਹਨ। ਸਭ ਹਿਨ ਕੋ ਉਪਦੇਸ਼ ਬਖਾਨ ਹੈ। ਸਾਰਿਆਂ ਨੂੰ ਜੀਵਨ ਸਵਾਰਨ ਵਾਲਾ ਉਪਦੇਸ਼ ਤੇ ਸੰਦੇਸ਼ ਬਖਸ਼ਦੇ ਹਨ। ਅਲਪ ਗ੍ਰਾਮ ਤਿਸ ਥਾਨ ਨਿਹਾਰਿਓ। ਤੇ ਕਹਾਣੀ ਇਹ ਹੈਗੀ ਹੈ, ਜਿਸ ਨੂੰ ਰੋਹੇਲਾ ਨਗਰ ਕਹਿੰਦਾ ਸੀ, ਘੇਰੜ, ਉਹ ਗੁਰੂ ਅਰਜਨ ਦੇਵ ਜੀ ਦੀ ਜ਼ਮੀਨ ਸੀ, ਉਹਨਾਂ ਦਾ ਘਰ ਸੀ, ਉਹਨਾਂ ਦੀ ਇਲਾਕਾ ਸੀ। ਤੇ ਉੱਥੇ ਇੱਕ ਛੋਟਾ ਜਿਹਾ ਨਗਰ ਸੀ
ਜਿਸ ਦਾ ਨਾਮ ਰੋਹਿਲਾਪੁਰ ਨਗਰ ਸੀ। ਤੇਰਾ ਕੇਤਕ ਦਿਵਸ ਉਤਾਰਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਸਮੇਂ ਉੱਥੇ ਟਿਕਾਣਾ ਕੀਤਾ। ਤਹਾਂ ਤੁਰਕ ਮਿਲ ਆਨ ਉਚਾਰੇ। ਤੇ ਉੱਥੇ ਆ ਕੇ ਤੁਰਕਾਂ ਨੇ ਆ ਕੇ ਆਖਿਆ, ਕਰ ਹੈ ਨਿਵਾਜ ਨ ਥਾਨ ਹਮਾਰੇ। ਤੇ ਆਖਿਆ ਇੱਥੇ ਸਾਡਾ ਥਾਂ ਹੈ ਤੇ ਇੱਥੇ ਤੁਸੀਂ ਨਾ ਟਿਕੋ। ਤੁਰਕਾਂ ਨੇ ਮਿਲ ਕੇ ਸਾਰਿਆਂ ਨੇ, ਮੁਸਲਮਾਨਾਂ ਨੇ ਆ ਕੇ ਕਿਹਾ, ਬੇਨਤੀ ਕੀਤੀ, ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸਾਡੇ ਕੋਲ ਨਮਾਜ਼ ਪੜ੍ਹਨ ਜੋਗਾ ਥਾਂ ਨਹੀਂ ਹੈਗਾ। ਭਾਵ ਕੋਈ ਮਸਜਿਦ ਇਸ ਤਰ੍ਹਾਂ ਦੀ, ਕੋਈ ਇਮਾਮ ਬਾੜਾ ਜਿੱਥੇ ਜਾਮੀਆ ਮਸਜਿਦ ਕਹਿ ਲਈਏ, ਜੁਮੇ ਦੀ ਨਮਾਜ਼ ਜਿੱਥੇ ਪੜ੍ਹੀ ਜਾਂਦੀ, ਵੱਡਾ ਇਕੱਠ ਕਰ ਸਕੀਏ, ਇਹੋ ਜਿਹੀ ਕੋਈ ਮਸਜਿਦ ਸਾਡੇ ਕੋਲ ਨਹੀਂ ਹੈ। ਸੁਨ ਗੁਰ ਤਿਨ ਦੀਨਨ ਕੀ ਬਾਨੀ। ਤੇ ਜਹਾਂਗੀਰ ਸ਼ਾਹਜਹਾਨ ਨੂੰ ਵਜ਼ੀਰ ਖਾਨ ਕਹਿਣ ਲੱਗਿਆ ਕਿ ਪਿੰਡ ਦੇ ਮੁਸਲਮਾਨ ਲੋਕਾਂ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਤਹਾਂ ਮਸੀਤ ਚਿਨਾਵਨ ਠਾਨੀ। ਤੇ ਆਪਣੇ ਸਿੱਖਾਂ ਨੂੰ ਆਗਿਆ ਕੀਤੀ ਵੀ ਜਾਓ, ਜਿਹੋ ਜਿਹੀ ਮਸਜਿਦ ਚਾਹੁੰਦੇ ਨੇ ਉਹ ਜੀ ਬਣਾ ਕੇ ਦੇ ਦਿਓ। ਇਹ ਖੁਦਾ ਦੇ ਨਮਾਜ਼ ਪੜ੍ਹ ਲਿਆ ਕਰਨਗੇ, ਇਹਨਾਂ ਨੂੰ ਮਸਜਿਦਾਂ ਬਣਾ ਕੇ ਦੇ। ਸਾਧ ਸੰਗਤ, ਬਜ਼ੁਰਗ, ਮਹਾਂਪੁਰਖ, ਸੰਤ, ਸਤਿਗੁਰੂ, ਇਹਨਾਂ ਨੂੰ ਆਖਿਆ ਜਾ ਸਕਦਾ ਜਿਹੜੇ ਮਸਜਿਦਾਂ ਬਣਾ ਕੇ ਦਿੰਦੇ ਨੇ, ਮੰਦਰ ਬਣਾ ਕੇ ਦਿੰਦੇ ਨੇ। ਮਹਾਰਾਜੇ ਰਣਜੀਤ ਸਿੰਘ ਨੇ ਕਿਤਨੇ ਮੰਦਰ ਬਣਾ ਕੇ ਦਿੱਤੇ, ਮਸਜਿਦਾਂ ਬਣਾ ਕੇ ਦਿੱਤੀਆਂ। ਉਹਨਾਂ ਕੋਲ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ, ਆਖਿਆ, ਸਿੰਘ ਸਾਹਿਬ ਅਸੀਂ ਬੜੇ ਪਰੇਸ਼ਾਨ ਹਾਂ, ਇਹ ਮੁੱਲਾ ਜਿਹੜਾ ਨਾ ਰੋਜ਼ 5 ਵੇਲੇ ਬੜੀਆਂ ਉੱਚੀਆਂ ਉੱਚੀਆਂ ਆਵਾਜ਼ਾਂ ਦਿੰਦਾ ਹੈ ਅਤੇ ਸਾਨੂੰ ਇਹ ਰੌਲਾ ਚੰਗਾ ਨਹੀਂ ਲੱਗਦਾ। ਅਤੇ ਮਹਾਰਾਜਾ ਸਾਹਿਬ ਕਹਿਣ ਲੱਗੇ, ਇਹਦਾ ਬੜਾ ਹੀ ਸੌਖਾ ਕੰਮ ਹੈ। ਇਹ ਆਵਾਜ਼, ਮੁੱਲਾ ਨੂੰ ਬੁਲਾਇਆ, ਕਿਉਂ ਆਵਾਜ਼ ਦਿੰਦੇ ਹੋ? ਉਹ ਆਖਣ ਲੱਗਾ, ਜੀ ਇਸ ਨਾਲ ਸਭ ਨੂੰ ਪਤਾ ਚੱਲ ਜਾਂਦਾ ਕਿ ਨਮਾਜ਼ ਦਾ ਵੇਲਾ ਹੋ ਗਿਆ, ਤਾਂ ਅਜ਼ਾਨ ਦਿੰਦੇ ਆ, ਉਹ ਆ ਕੇ ਲੋਕ ਨਮਾਜ਼ ਪੜ੍ਹਦੇ ਨੇ। ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ, ਤੁਹਾਨੂੰ ਇਹੀ ਤਕਲੀਫ ਹੈ ਨਾ ਵੀ ਇਹ ਨਮਾਜ਼ ਪੜ੍ਹਦੇ ਨੇ? ਆਖਣ ਲੱਗੇ, ਹਾਂ ਸਾਨੂੰ ਮਹਾਰਾਜਾ ਸਾਹਿਬ ਇਹੀ ਤਕਲੀਫ। ਆਖਣ ਲੱਗੇ, ਚਲੋ ਅਸੀਂ ਇਹਨਾਂ ਨੂੰ ਬੰਦ ਕਰ ਦੇਣੇ ਆ, ਅਤੇ ਜਦੋਂ ਨਮਾਜ਼ ਦੇ 5 ਵੇਲੇ ਸਮਾਂ ਹੁੰਦਾ ਹੈ ਨਾ, ਉਦੋਂ ਤੁਸੀਂ ਸਾਰੇ ਮੁਸਲਮਾਨਾਂ ਦੇ ਘਰ ਘਰ ਜਾ ਕੇ ਉਹਨਾਂ ਨੂੰ ਬੁਲਾ ਕੇ ਲਿਆਇਆ ਕਰੋ। ਜੇ ਕੋਈ ਕਮਜ਼ੋਰ ਹੋਵੇ, ਗੱਡੀ 'ਤੇ ਬਿਠਾ ਕੇ ਲਿਆਇਆ ਕਰੋ, ਬੈਲ ਗੱਡੀ 'ਤੇ ਚੁੱਕ ਕੇ ਲਿਆਇਆ ਕਰੋ, ਅਤੇ ਜਾਂ ਇਹਨੂੰ ਆਵਾਜ਼ ਦੇਣ ਦਿਓ। ਉਹ ਕਹਿਣ ਲੱਗੇ, ਚੰਗਾ ਸਿਆਪਾ ਗਲ ਪਾ ਲਿਆ, ਅਸੀਂ ਤਾਂ ਕੁਝ ਹੋਰ ਸੋਚਿਆ ਸੀ, ਹੋਰ ਹੀ ਹੋ ਗਿਆ। ਇਸ ਕਰਕੇ ਕਹਿਣ ਲੱਗੇ, ਨਹੀਂ ਇਹਨਾਂ ਨੂੰ ਹੀ ਕਰਨ ਦਿਓ, ਇਹ ਸਾਡੇ ਵੱਸ ਦੀ ਗੱਲ ਨਹੀਂ। 5 ਵੇਲੇ ਕਿਹੜਾ ਘਰ ਜਾਏਗਾ, ਕਿਹੜਾ ਬੁਲਾ ਕੇ ਲਿਆਵੇਗਾ? ਅਤੇ ਹੋ ਸਕਦਾ ਅੱਗੇ ਕੋਈ ਘਰ ਵਾਲਿਆਂ ਨਾਲ ਲੜ ਕੇ ਬੈਠਾ ਹੋਵੇ, ਡਾਂਗਾਂ ਨਾਲ ਹੀ ਭੰਨ ਦੇਵੇ। ਇਸ ਲਈ ਇਹਦੀ ਆਵਾਜ਼ ਹੀ ਠੀਕ ਹੈਗੀ। ਇਸ ਤਰ੍ਹਾਂ ਸਾਰੇ ਮਜ਼ਹਬਾਂ ਦਾ ਮਾਣ ਕਰਨਾ, ਸਨਮਾਨ ਕਰਨਾ। ਅੱਜ ਵੀ ਦੁਨੀਆ ਭਰ 'ਤੇ ਕੇਵਲ ਗੁਰੂ ਨਾਨਕ ਦੇਵ ਜੀ ਦਾ ਘਰ ਹੈ, ਜਿੱਥੇ ਹਰ ਆਉਣ ਵਾਲਾ ਸਿੱਖ ਮੱਥਾ ਟੇਕਦਿਆਂ ਹੋਇਆਂ ਕਹਿੰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਮੁਸਲਮਾਨਾਂ ਦਾ ਵੀ, ਹਿੰਦੂਆਂ ਦਾ ਵੀ, ਈਸਾਈਆਂ ਦਾ ਵੀ, ਹੋਰ ਸਾਰੇ ਜੈਨੀ, ਬੋਧੀ, ਪਾਰਸੀ, ਸਭ ਦਾ ਭਲਾ। ਅਤੇ ਨਾਲ ਦਰਖਤਾਂ ਦਾ, ਪਸ਼ੂ ਪੰਛੀਆਂ ਦਾ, ਨਦੀਆਂ ਦਰਿਆਵਾਂ ਦਾ, ਜ਼ਰਰੇ ਜ਼ਰਰੇ ਦਾ, ਅਤੇ ਅਨੇਕ ਬ੍ਰਹਿਮੰਡਾਂ ਦਾ, ਸਰਬੱਤ ਵਿੱਚ ਸਭ ਕੁਝ ਹੀ ਆ ਜਾਂਦਾ। ਤੇਰੇ ਭਾਣੇ ਸਰਬੱਤ ਕਾ ਭਲਾ। ਇਹ ਸਦਾ ਗੁਰੂ ਨਾਨਕ ਦੇ ਘਰ ਹੀ ਹੈ, ਹੋਰ ਕਿਤੇ ਹੈ ਕਿ ਨਹੀਂ ਮੈਨੂੰ ਨਹੀਂ ਪਤਾ। ਇਸ ਲਈ ਇਹ ਬੋਲ ਸੱਚ ਆਖੇ ਨੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਸਭ ਤੋਂ ਵੱਡਾ ਹੈ, ਕਿਉਂਕਿ ਸਿਧਾਂਤ ਵੱਡਾ ਹੈ। ਆਖਿਆ ਇਸ ਢੰਗ ਦੇ ਨਾਲ ਉਹਨਾਂ ਮਸਜਿਦ ਬਣਾ ਕੇ ਦਿੱਤੀ ਸੀ। ਹਿੰਦੁਨ ਪੱਖੀ ਘੇਰੜ ਭਇਓ। ਤੇ ਭਗਵਾਨ ਦਾਸ ਘੇਰੜ ਜਿਹੜਾ ਸੀ ਨਾ, ਉਹ ਹਿੰਦੂਆਂ ਦਾ ਪੱਖ ਲੈਣ ਲੱਗ ਪਿਆ। ਸਾਧ ਸੰਗਤ, ਹਿੰਦੂਆਂ ਦਾ ਕੋਈ ਹਿੰਦੂ ਪੱਖ ਲਵੇ ਚੰਗੀ ਗੱਲ ਹੈ, ਮਾੜੀ ਗੱਲ ਨਹੀਂ। ਕੋਈ ਸਿੱਖ ਸਿੱਖਾਂ ਦਾ ਪੱਖ ਲਵੇ ਚੰਗੀ ਗੱਲ ਹੈ, ਮਾੜੀ ਗੱਲ ਨਹੀਂ। ਪਰ ਸਿਆਪਾ ਤਾਂ ਉਦੋਂ ਪੈਂਦਾ ਹੈ ਬਈ ਜਦੋਂ ਕੋਈ ਹਿੰਦੂਆਂ ਦਾ ਪੱਖ ਰਾਜਨੀਤੀ ਕਰਕੇ ਲੈਂਦਾ, ਉਹ ਗਲਤ ਹੈਗਾ। ਉਹਦੇ ਨਾਲ ਦੰਗੇ
ਫਸਾਦ, ਕਤਲੋ ਗਾਰਤ। ਕੋਈ ਮੁਸਲਮਾਨਾਂ ਦਾ ਪੱਖ ਲਵੇ ਮੁਬਾਰਕ ਹੈ, ਪਰ ਸਿਆਸਤ ਕਰਕੇ ਲਵੇ ਉਹ ਤਾਂ ਫਿਰ ਨਿਰੀ ਮਲੀਨਤਾ ਹੀ ਹੈ। ਸਿੱਖਾਂ ਦਾ ਪੱਖ ਲਵੇ ਮੁਬਾਰਕ ਹੈ, ਚੰਗੀ ਗੱਲ ਹੈ, ਪਰ ਸਿਆਸਤ ਕਰਕੇ ਲਵੇ ਫਿਰ ਉਹ ਚੰਗੀ ਗੱਲ ਨਹੀਂ। ਆਪਣੀਆਂ ਰੋਟੀਆਂ ਸੇਕਣ ਲਈ ਲਵੇ ਉਹ ਚੰਗੀ ਗੱਲ ਨਹੀਂ। ਆਪਣੀਆਂ ਪਦਵੀਆਂ ਬਣਾਉਣ ਲਈ ਲਵੇ ਉਹ ਚੰਗੀ ਗੱਲ ਨਹੀਂ। ਇਹ ਜਿਹੜਾ ਵਜ਼ੀਰ ਖਾਨ ਕਹਿਣ ਲੱਗਾ ਵੀ ਭਗਵਾਨ ਦਾਸ ਘੇਰੜ ਹਿੰਦੂਆਂ ਨੂੰ ਭੜਕਾਉਣ ਲੱਗ ਪਿਆ। ਇੱਕ ਹੁੰਦਾ ਪੱਖ ਲੈਣਾ, ਇੱਕ ਹੁੰਦਾ ਭੜਕਾਹਟ ਪੈਦਾ ਕਰਨਾ, ਇੱਕ ਹੁੰਦਾ ਭਲਾ ਕਰਨਾ, ਤੇ ਇੱਕ ਹੁੰਦਾ ਅੱਗ ਲਗਾ ਦੇਣੀ। ਅੱਗ ਚੁੱਲ੍ਹੇ ਵਿੱਚ ਵੀ ਬਲਦੀ ਹੈ ਤੇ ਘਰ ਨੂੰ ਹੀ ਲਾ ਦੇਣੀ। ਚੁੱਲ੍ਹੇ ਵਿੱਚ ਬਲਦੀ ਹੋਈ ਭੋਜਨ ਪਕਾਉਂਦੀ ਹੈ ਤੇ ਘਰ ਨੂੰ ਲੱਗੀ ਹੋਈ ਸਭ ਕੁਝ ਸਾੜ ਕੇ ਸੁਆਹ ਕਰ ਦਿੰਦੀ। ਇਸ ਤਰ੍ਹਾਂ ਭ੍ਰਸ਼ਟ ਰਾਜਨੀਤਿਕਾਂ ਨੇ ਨਾ ਸਮਝਣਾ ਵੀ ਕਿਸੇ ਦਾ ਪੱਖ ਲਿਆ। ਇਹ ਕਿਸੇ ਦਾ ਪੱਖ ਕਿਉਂ ਲੈਣਗੇ? ਇਹਨਾਂ ਨੇ ਦੁਕਾਨਾਂ ਪਾਈਆਂ ਹੋਈਆਂ ਨੇ। ਇਹ ਜਿਹੜੀਆਂ ਪਾਰਟੀਆਂ ਨੇ ਨਾ, ਇਹ ਕੰਪਨੀਆਂ ਨੇ, ਜਿਵੇਂ ਵਪਾਰ ਕਰਨ ਵਾਲੀਆਂ ਕੰਪਨੀਆਂ ਨੇ ਨਾ, ਇਸ ਤਰ੍ਹਾਂ ਨੇ। ਕਿਸੇ ਦਾ ਕੋਈ ਨਾਮ ਹੈ, ਕਿਸੇ ਦਾ ਕੋਈ ਨਾਮ ਹੈ। ਅਤੇ ਭ੍ਰਸ਼ਟ ਰਾਜਨੀਤਿਕਾਂ ਦੀ ਸੋਚ ਹੈ ਉਹ ਸ੍ਰੀ ਦਰਬਾਰ ਸਾਹਿਬ 'ਤੇ ਵੀ ਟੈਂਕ ਚਲਾ ਸਕਦੇ ਨੇ, ਉਹ ਕੁਛ ਵੀ ਕਰ ਸਕਦੇ ਨੇ। ਅਤੇ ਕਾਰਨ ਕੀ ਹੈ? ਪੱਖ ਲੈਣਾ ਚੰਗੀ ਗੱਲ ਹੈ, ਪਰ ਵਿੱਚ ਸਿਆਸਤ ਦੀ ਕੁੰਡੀ ਫਸਾ ਕੇ ਪੱਖ ਲੈਣਾ ਮਹਾਪਾਪ ਹੈ। ਇਸ ਨਾਲ ਮਨੁੱਖਤਾ ਦਾ ਘਾਣ ਆਉਂਦਾ। ਇਹ ਕੰਮ ਭਗਵਾਨ ਦਾਸ ਘੇਰੜ ਨੇ ਕੀਤਾ। ਮਸਜਿਦ ਦਾ ਵਿਰੋਧ ਕਰਨ ਲੱਗ ਪਿਆ। ਗੁਰ ਕੋ ਗਾਰ ਨਿਕਾਰਤ ਭਇਓ, ਤੇ ਨਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਾਲਾਂ ਵੀ ਕੱਢ ਦਿੱਤੀਆਂ। ਸੁਤ ਕੇ ਪਟ ਕਰ ਕੈ ਇਸ ਥਾਨਾ, ਤੇ ਉਸ ਥਾਂ ਤੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਤੇ ਕਰਿਓ ਚੜਾਵਨ ਅਬਦੁਲ ਖਾਨਾ, ਤੇ ਉਸਨੇ ਅਬਦੁਲ ਖਾਨ ਨੂੰ ਚੜਾ ਕੇ ਮਹਾਰਾਜ ਜੀ ਤੇ ਲੈ ਆਂਦਾ। ਜਾਏ ਲਰਿਓ ਤੇ ਬਿਨਾ ਵਿਚਾਰੇ, ਇਹ ਅਬਦੁਲ ਖਾਨ ਜਿਹਦਾ ਇਹ ਪੁੱਤਰ ਵਲੀ ਖਾਨ ਕਹਿੰਦਾ ਪਿਆ ਹੈ, ਇਹਨੂੰ ਪੁੱਛੋ ਵੀ ਕਿਹੜੀ ਵਿਚਾਰ ਤੁਹਾਡੇ ਨਾਲ ਕੀਤੀ? ਤੁਸੀਂ ਬਾਦਸ਼ਾਹ ਹੋ ਮੁਲਕ ਦੇ, ਤੁਹਾਡੇ ਨਾਲ ਕੋਈ ਮਸ਼ਵਰਾ ਕੀਤਾ? ਤੁਹਾਡੇ ਕਿਸੇ ਵਜ਼ੀਰ ਉਮਰਾਵ ਨਾਲ ਕੋਈ ਮਸ਼ਵਰਾ ਕੀਤਾ? ਬਸ ਉਹਨੇ ਆ ਕੇ ਕਹਿ ਦਿੱਤਾ ਤੇ ਇਹ ਡਾਂਗਾ ਚੁੱਕ ਕੇ ਤੁਰ ਪਿਆ। ਫਤਿਹ ਸੁਪਟ 10 ਚਤੁਰ ਹਜ਼ਾਰੇ, ਤੇ ਉੱਥੇ ਜਾ ਕੇ ਅਗਲੇ ਪਾਸੇ ਵੀ ਉਹ ਕੋਈ ਹੱਥਾਂ ਤੇ ਹੱਥ ਰੱਖ ਕੇ ਨਹੀਂ ਬੈਠੇ ਹੋਏ। ਉਹਦੇ ਚੌਮਾਸਾ ਕੱਟਣ ਲਈ ਉੱਥੇ ਗਏ ਸਨ, ਪਰ ਇਹ 14,000 ਫੌਜ ਲੈ ਕੇ ਜਦ ਹਮਲਾ ਕਰ ਦਿੱਤਾ ਮਹਾਂਪੁਰਸ਼ਾਂ ਤੇ, ਸਤਿਗੁਰੂ ਜੀ ਤੇ ਫਿਰ ਆਪਣੇ ਜੀਵਨ ਦੀ ਰਾਖੀ ਕਰਨਾ ਤਾਂ ਉਹਨਾਂ ਦਾ ਹੱਕ ਹੈਗਾ। ਉਹਨਾਂ ਆਪਣੇ ਬਚਾਅ ਵਿੱਚ ਇਹ 14,000 ਸੈਨਾ ਦਾ ਘਾਣ ਹੋ ਗਿਆ। ਉਹ ਮੁਹਿੰਮ ਕਰ ਇਨਹੁ ਮਰਾਏ, ਦੱਸੋ ਕਿਹੜੀ ਮੁਹਿੰਮ ਸੀ? ਕਿਹੜਾ ਕਿਲਾ ਫਤਿਹ ਕਰਨਾ ਸੀ? ਕਿਹੜੀ ਕੋਈ ਮੁਗਲ ਸੈਨਾ ਦਾ ਵਿਰੋਧੀ ਕੋਈ ਬਾਦਸ਼ਾਹ ਸੀ, ਸੈਨਾ ਸੀ ਜਿਸ ਤੇ ਜਾ ਕੇ ਤੇ ਇੰਨੇ ਬੰਦੇ ਮਰਵਾ ਲਏ? ਹਜ਼ਰਤ ਕੇ ਕੁਛ ਕਾਮ ਨਾ ਆਏ, ਤੇ ਐਨੀ ਸੈਨਾ ਅਬਦੁਲ ਖਾਨ ਤੇ ਉਹਦੇ ਮੁੰਡੇ, ਘੇਰੜ ਖਾਨ ਤੇ ਉਹਦਾ ਮੁੰਡਾ ਤੁਹਾਡੇ ਕਿਹੜੇ ਕੰਮ ਆਇਆ? ਦੱਸੋ ਬਾਦਸ਼ਾਹ ਦੇ ਰਾਜ ਘਰਾਣੇ ਦੇ ਕੀ ਕੰਮ ਆਇਆ? ਇੱਕ ਮਸੀਤ ਕੇ ਹੇਤ ਬਿਦਾਰਨ, ਬਸ ਇੱਕ ਮਸੀਤ ਨੂੰ ਤੋੜਨ ਵਾਸਤੇ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾ ਕੇ ਦਿੱਤੀ ਸੀ। ਕਰ ਉਪਦਰਵ ਲਸਕਰ ਗਾਰਨ, ਇਸ ਤਰ੍ਹਾਂ ਜਾ ਕੇ ਕਲੇਸ਼ ਕੀਤਾ, ਸ਼ੋਰਗੁਲ ਕੀਤਾ, ਮਹਾਰਾਜ ਜੀ ਨੂੰ ਉਕਸਾਇਆ ਤੇ ਸਾਰਾ ਲਸ਼ਕਰ ਗਲ ਗਿਆ, ਡੁੱਬ ਗਿਆ, ਮੁੱਕ ਗਿਆ। ਜੇ ਹਜ਼ਰਤ ਮਰਜੀ ਇਮ ਹੋਏ, ਬਾਕੀ ਜੇ ਤੁਹਾਡੀ ਮਰਜ਼ੀ ਹੈ ਬਾਦਸ਼ਾਹ ਸਲਾਮਤ ਬਈ ਉਹ ਮਸੀਤ ਗਿਰਾਉਣੀ ਹੈ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਈ ਹੈ ਤਾਂ ਨਹੀਂ ਮਸੀਤ ਰਾਖਣੀ ਸੋਏ, ਜੇ ਤੁਸੀਂ ਚਾਹੋ ਬਈ ਉਹ ਮਸਜਿਦ ਨਹੀਂ ਚਾਹੀਦੀ, ਗਿਰਾ ਦੇਣੀ ਹੈ ਤਾਂ ਤੋ ਮੋ ਕੋ ਅਬ ਆਇਸ ਦੇਹੂ, ਤੇ 20,000 ਸੈਨਾ ਭੇਜਣ ਦੀ ਲੋੜ ਨਹੀਂ, ਮੈਨੂੰ ਇਕੱਲੇ ਨੂੰ ਹੀ ਕਹਿ ਦੇਵੋ ਮੈਂ ਇੱਕ ਜਾਏ ਕਰੂੰ ਤਿਸ ਥੇਹੂ, ਤੇ ਮੈਂ ਇਕੱਲਾ ਹੀ ਜਾ ਕੇ ਗਿਰਾ ਕੇ ਆ ਜਾਂਦਾ। ਜੇ ਖੁਦਾ ਦਾ ਬਣਿਆ ਹੋਇਆ ਘਰ ਮਾੜਾ ਲੱਗਦਾ ਹੈ, ਮਸਜਿਦ ਬੁਰੀ ਲੱਗਦੀ ਹੈ, ਤਾਂ ਮੈਂ ਇਕੱਲਾ ਹੀ ਰਾਤ ਨੂੰ ਜਾ ਕੇ 4 ਬੰਦੇ ਲੈ ਕੇ ਮਿਸਤਰੀ ਲੈ ਜਾਣਾ, ਗਿਰਾ ਕੇ ਆ ਜਾਣਾ।
ਐਵੇਂ 20,000 ਫਿਰ ਜਾਏਗਾ, ਫਿਰ ਮਾਰਿਆ ਜਾਏਗਾ। इसको चाहिए दई सजाए। ਬਲਕਿ ਸ਼ਾਹਜਹਾਨ ਨੂੰ ਕਹਿਣ ਲੱਗਾ ਜਹਾਂ ਬਣਾ ਚਾਹੀਦਾ ਤਾਂ ਇਹ ਜਿਹੜਾ ਅਲੀ ਖਾਨ ਆਇਆ ਨਾ, ਇਸ ਨੂੰ ਸਜ਼ਾ ਦੇਣੀ ਚਾਹੀਦੀ। ਇਹ ਤੁਹਾਨੂੰ ਗੁੰਮਰਾਹ ਕਰ ਰਿਹਾ ਤੇ ਤੁਹਾਡੀ ਸੈਨਾ ਦਾ ਘਾਣ ਅੱਗੇ ਦੇ ਪਿਓ ਨੇ ਕਰਵਾਇਆ ਤੇ ਹੁਣ ਇਹ ਕਰਵਾਉਣਾ ਚਾਹੁੰਦਾ ਹੈ। करहो दूर मुख लगे न आए। ਇਸ ਨੂੰ ਐਸੀ ਸਜ਼ਾ ਦਿਓ ਦੁਬਾਰੇ ਮੂੰਹ ਨਾ ਵਿਖਾਵੇ ਆਪਣਾ। ਇਸ ਤਰ੍ਹਾਂ ਇਹਨੂੰ ਚੰਡ ਕੇ ਤਿੱਖਾ ਕਰਕੇ ਭੇਜੋ। घर खुदाए हित रार उठाई। ਇਹ ਮਸਜਿਦ ਵਾਸਤੇ ਇਹਨਾਂ ਨੇ ਦੁਸ਼ਮਣੀ ਪੈਦਾ ਕੀਤੀ ਹੋਈ ਹੈ नाहक सैन इति ਤੇ मरवाई। ਬਿਨਾਂ ਕਾਰਨ ਬੇਫਜ਼ੂਲ ਇੰਨੀ ਸੈਨਾ ਮਰਵਾ ਲਈ ਹੈ। सुनत सहो उर मैं हर खायो। ਇਹ ਚੰਗੇ ਸਲਾਹਕਾਰ ਨਾ ਬਾਦਸ਼ਾਹ ਕੋਲੋਂ ਚੰਗੇ ਕੰਮ ਕਰਵਾ ਦੇਣ। ਪਤਾ ਚੱਲਦਾ ਵੀ ਫਲਾਣੇ ਨੇ ਬਾਦਸ਼ਾਹ ਨੇ ਬੜਾ ਮਾੜਾ ਕੰਮ ਕੀਤਾ ਤੇ ਕਿਉਂ ਕੀਤਾ? ਸਲਾਹਕਾਰ ਚੰਗੇ ਨਹੀਂ ਸਨ। ਜੇ ਕੋਈ ਚੰਗੀ ਰਾਏ ਦਿੰਦਾ, ਆਲਾ ਦੁਆਲਾ ਚੰਗਾ ਹੁੰਦਾ ਤੇ ਉਸ ਦਾ ਜਸ ਹੁੰਦਾ। ਵਜ਼ੀਰ ਖਾਨ ਦਾ ਇਹ ਸਨਮਾਨ ਕਰਦਾ ਸੀ। ਬਾਅਦ ਵਿੱਚ ਇਹਨੂੰ ਲਾਹੌਰ ਦਾ ਗਵਰਨਰ ਵੀ ਥਾਪਿਆ। ਮੈਂ ਤੇ ਇੱਕ ਨੁਕਤਾ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਵੀ ਇਸਨੇ ਗੁਰੂ ਸਾਹਿਬ ਦੇ ਘਰ ਦੀ ਸਚਾਈ ਤੇ ਵਡਿਆਈ ਪ੍ਰਗਟ ਕੀਤੀ। ਬਾਦਸ਼ਾਹ ਸ਼ਾਹਜਹਾਨ ਨੂੰ ਸੱਚ ਦੱਸਿਆ ਤੇ ਗੁਰੂ ਪਾਤਸ਼ਾਹ ਦੇ ਘਰ ਦੀ ਵਡਿਆਈ ਕੀਤੀ ਹੋਈ ਬੇਅਰਥ ਨਹੀਂ ਜਾਂਦੀ। ਉਹਦਾ ਫਲ ਮਿਲਦਾ ਹੈ, ਭਾਵੇਂ ਕੋਈ ਸੁਣੇ ਭਾਵੇਂ ਕੋਈ ਕਰੇ, ਬੇਅਰਥ ਨਹੀਂ ਜਾਂਦੀ। ਤੇ ਗੁਰੂ ਘਰ ਦੀ ਵਡਿਆਈ ਕਰਨ ਦਾ ਵਜ਼ੀਰ ਖਾਨ ਨੂੰ ਫਲ ਇਹ ਮਿਲਿਆ ਕਿ ਸਮਾਂ ਪਾ ਕੇ ਇਹਨੂੰ ਲਾਹੌਰ ਦਾ ਗਵਰਨਰ ਬਣਾਇਆ ਗਿਆ। ਇੱਕ ਤਰ੍ਹਾਂ ਦੀ ਬਾਦਸ਼ਾਹਤ ਮਿਲ ਗਈ ਲਾਹੌਰ ਦੀ, ਸਾਰੇ ਉਸ ਇਲਾਕੇ ਦੀ, ਲਾਹੌਰ ਸ਼ਹਿਰ ਦੀ। ਤੇ ਜਿਸ ਨੇ ਨਿੰਦਾ ਕੀਤੀ ਉਹਦਾ ਸ਼ਿੰਗਾਰਿਆ ਹੋਇਆ ਘੋੜਾ ਵੀ ਖੁੱਸ ਗਿਆ, ਉਹਦੇ ਹੀਰੇ ਜਵਾਹਰਾਤ ਵੀ ਖੁੱਸ ਗਏ, ਉਹਦੀ ਪਦਵੀ ਵੀ ਜਿਹੜਾ ਮੁਰਾਤਬਾ ਸੀ ਉਹ ਵੀ ਖੁੱਸ ਗਿਆ ਤੇ ਘਰ-ਬਾਰ ਵੀ ਖੁੱਸ ਗਿਆ। ਤੇ ਮੁੜ ਕੇ ਬਾਦਸ਼ਾਹ ਨੇ ਕਿਹਾ ਖਬਰਦਾਰ ਜੇ ਫਿਰ ਕਦੀ ਮੈਨੂੰ ਆਪਣੀ ਭੈੜੀ ਸ਼ਕਲ ਦਿਖਾਈ। ਤੇ ਬਾਦਸ਼ਾਹ ਨਾਲ ਮਿਲਣਾ ਜੁਲਣਾ ਵੀ ਗਿਆ ਤੇ ਰੋਂਦਾ ਹੋਇਆ ਘਰ ਆਇਆ। ਗੁਰ ਖੁਦਾਏ ਕੋ ਧਾਮ ਬਣਾਇਓ। ਬੜਾ ਖੁਸ਼ ਹੋਇਆ ਸ਼ਾਹਜਹਾਨ, ਕਹਿਣ ਲੱਗਾ ਲੈ ਗੁਰੂ ਪਾਤਸ਼ਾਹ ਨੇ ਤਾਂ ਖੁਦਾ ਦਾ ਘਰ ਮਸਜਿਦ ਬਣਾਈ ਹੈ। ਸੀ ਨਾਨਕ ਤੇ ਆਦਿਕ ਸਾਰੇ। ਗੁਰੂ ਨਾਨਕ ਦੇ ਮਹਾਰਾਜਿਆਂ ਤੋਂ ਲੈ ਕੇ ਜਿਤਨੇ ਗੱਦੀ ਤੇ ਬਿਰਾਜੇ ਹਨ, ਹਿੰਦੂ ਤੁਰਕ ਕੋ ਭੇਦ ਨਿਵਾਰੇ। ਉਹਨਾਂ ਦੇ ਹਿਰਦੇ ਵਿੱਚ ਹਿੰਦੂ ਤੁਰਕ ਦਾ ਫਰਕ ਨਹੀਂ। ਸੱਚ ਜਾਣਨਾ, ਜਦ ਕੋਈ ਦੀਵਾ ਜਲ ਜਾਂਦਾ ਹੈ ਨਾ, ਚਿਰਾਗ ਜਲ ਜਾਂਦਾ ਹੈ, ਫਿਰ ਉਹਨੂੰ ਫਰਕ ਨਹੀਂ ਪੈਂਦਾ। ਜੇ ਮੰਦਰ ਵਿੱਚ ਰੱਖੀਏ ਉੱਥੇ ਵੀ ਰੋਸ਼ਨੀ ਦਿੰਦਾ ਹੈ, ਜੇ ਮਸਜਿਦ ਵਿੱਚ ਰੱਖੀਏ ਤੇ ਫਿਰ ਨਾ ਕਰ ਦਿੰਦਾ ਵੀ ਇੱਥੇ ਮੈਂ ਰੋਸ਼ਨੀ ਨਹੀਂ ਦੇਣੀ। ਉਹ ਫਿਰ ਸਾਰਿਆਂ ਦਾ ਸਾਂਝਾ ਹੋ ਜਾਂਦਾ। ਬੜੇ ਸੋਹਣੇ ਇੱਕ ਆਲਮ ਦੇ ਦੋ ਬੋਲ ਨੇ, ਉਹ ਖੁਦ ਨੂੰ ਮੁਖਾਤਬ ਹੁੰਦਿਆਂ ਹੋਇਆ, ਖੁਦ ਬਾਰੇ ਲੋਕਾਂ ਨੂੰ ਦੱਸਦਿਆਂ ਕਹਿੰਦਾ ਜਹਾਂ ਰਹੇਗਾ ਵਹੀਂ ਰੋਸ਼ਨੀ ਲੁਟਾਏਗਾ ਪਰ किसी चिराग का अपना मकान नहीं होता। ਦੀਪਕ ਚਿਰਾਗ ਜਿੱਥੇ ਜਲਦਾ ਰੋਸ਼ਨੀਆਂ ਦਿੰਦਾ ਹੈ ਪਰ ਕਿਸੇ ਦੇ ਮਕਾਨ ਤੇ ਕਬਜ਼ਾ ਨਹੀਂ ਕਰਦਾ। ਬਿਲਕੁਲ ਇਸ ਤਰ੍ਹਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸੀਸ ਭੇਟਾ ਕਰਕੇ, ਆਪਣਾ ਪਰਿਵਾਰ ਖਾਨਦਾਨ ਭੇਟਾ ਕਰਕੇ ਇਸ ਹਨੇਰੇ ਵਿੱਚ ਗ੍ਰਸੇ ਹੋਏ ਦੇਸ਼ ਨੂੰ ਸੂਰਜ ਵਾਂਗ ਰੋਸ਼ਨੀ ਦਿੱਤੀ ਹੈ ਪਰ ਕਿਸੇ ਇਲਾਕੇ ਤੇ ਕਬਜ਼ਾ ਨਹੀਂ ਕੀਤਾ, ਕਿਸੇ ਇਲਾਕੇ ਤੇ ਹਥਿਆਇਆ ਨਹੀਂ, ਕਿਸੇ ਇਲਾਕੇ ਸਭ ਕੁਝ ਵਾਰ ਦਿੱਤਾ, ਸਦਕੇ ਕੀਤਾ। ਤੇ ਮਹਾਰਾਜ ਜੀ ਦੀ ਬਾਣੀ ਦੇ ਹੀ ਬੋਲ ਨੇ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਅਲਾਮਾ ਇਕਬਾਲ ਨੂੰ ਵੀ ਇਹ ਬੋਲ ਕਹਿਣੇ ਪਏ ਕਿ ਫਿਰ ਉੱਠੀ आखिर सदा तौहीद की पंजाब से, हिंद को एक मर्दे कामल ने जगाया ख्वाब से। सुते हुए देश ਨੂੰ ਜਗਾਉਣ ਵਾਲੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਵਡਿਆਈ ਕਰਨ ਵਾਲਿਆਂ ਨੂੰ ਵਡਿਆਈਆਂ ਪਰਮਾਤਮਾ ਦੇ ਦਰੋਂ ਮਿਲ ਜਾਂਦੀਆਂ ਹਨ। ਵਲੀ ਖਾਨ ਕੋ ਵਹਿਰ ਕਢਾਇਓ।
ਵਜ਼ੀਰ ਖਾਂ ਕਹਿਣ ਲੱਗਾ ਜਹਾਂ ਬਣਾ ਹਿੰਦੂ ਤੁਰਕ ਦਾ ਇਹਨਾਂ ਦੇ ਮਨ 'ਚ ਕੋਈ ਫਰਕ ਨਹੀਂ, ਸਭ ਨੂੰ ਆਪਣਾ ਸਮਝਦੇ ਨੇ, ਸਭ ਲਈ ਸਭ ਕੁਝ ਸਦਕੇ ਕਰਨ ਲਈ ਤਿਆਰ ਰਹਿੰਦੇ ਨੇ। ਤੇ ਫਿਰ ਬਾਦਸ਼ਾਹ ਨੇ ਧੱਕੇ ਮਰਵਾ ਕੇ ਘਰ ਬਾਹਰ ਜ਼ਬਤ ਕਰਕੇ ਤੇ ਅਲੀ ਖਾਨ ਨੂੰ ਘਰੋਂ ਬਾਹਰ ਕਢਵਾ ਦਿੱਤਾ। ਮਨ ਸਭ ਛੀਨ ਲੀਨ ਗਹਿਵਾਇਓ। ਮਨਸਦ ਸੀ ਉਸਦਾ, ਰੁਤਬਾ ਸੀ, ਉਹ ਸਾਰਾ ਖੋਹ ਲਿਆ। ਜਿਵੇਂ ਕਿਸੇ ਵੱਡੇ ਅਫਸਰ ਦੀਆਂ ਫੀਤੀਆਂ ਲੈ ਜਾਂਦੀਆਂ ਨਾ, ਇਸ ਤਰ੍ਹਾਂ ਇਹਦੇ ਨਾਲ ਹੋਇਆ। ਦਿਓ ਦੰਡ ਧਨ ਲਿਓ ਕਨੇਰਾ। ਤੇ ਨਾਲੇ ਸਜ਼ਾ ਦਿੱਤੀ ਤੇ ਨਾਲੇ ਹੁਕੂਮਤ ਨੂੰ ਵਰਗਲਾਉਣ ਦੇ ਦੋਸ਼ ਵਿੱਚ, ਗੁੰਮਰਾਹ ਕਰਨ ਦੇ ਦੋਸ਼ ਵਿੱਚ ਸਾਰਾ ਧਨ ਵੀ ਖੋਹ ਲਿਆ। ਬਿਸਮਤ ਲੋਕ ਹੇਰ ਤਿਸ ਬੇਰਾ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਜੀ ਲਿਖਦੇ ਨੇ, ਬਿਸਮਤ ਲੋਕ ਹੇਰ ਤਿਸ ਬੇਰਾ। ਉਸ ਵੇਲੇ ਸਾਰੇ ਲੋਕ ਦੇਖ ਕੇ ਬੜੇ ਹੈਰਾਨ ਹੋਏ ਕਿ ਕੀ ਬਣ ਰਿਹਾ ਹੈ। ਨਿਸਬਿਤਾਏ ਕਰ ਸਾਹੇ ਸਿਧਾਰਾ। ਇਸ ਤਰ੍ਹਾਂ ਰਾਤ ਲੰਘਾ ਕੇ ਤੇ ਸ਼ਾਹਜਹਾਨ ਉੱਥੋਂ ਪ੍ਰਸਥਾਨ ਕਰ ਗਿਆ ਜਲੰਧਰ ਤੋਂ। ਜਾਏ ਬਰਿਓ ਲਵਪੁਰੀ ਮਜਾਰਾ। ਤੇ ਫਿਰ ਲਾਹੌਰ ਜਾ ਪਹੁੰਚਿਆ। ਗੁਰ ਕੇ ਗੁਣ ਮਨ ਆਨੇ ਸੋਈ। ਗੁਰੂ ਪਾਤਸ਼ਾਹ ਜੀ ਦੇ ਗੁਣ ਉਹਨੇ ਆਪਣੇ ਮਨ ਵਿੱਚ ਵਿਚਾਰੇ। ਚੁਗਲੀ ਉਗਲਤ ਕਬਹੂ ਨ ਕੋਏ। ਤੇ ਹੁਣ ਜਦ ਇਹ ਦੇਖ ਲਿਆ ਵੀ ਚੁਗਲ ਦਾ ਇਹ ਹਾਲ ਹੋਇਆ ਤੇ ਹੁਣ ਬਾਕੀਆਂ ਨੂੰ ਵੀ ਠੰਡ ਪੈ ਗਈ। ਉਹ ਹੁਣ ਮਹਾਰਾਜ ਜੀ ਦੇ ਘਰ ਦੀ ਕੋਈ ਚੁਗਲੀ ਸ਼ਾਹਜਹਾਨ ਕੋਲ ਨਹੀਂ ਕਰਦੇ ਵੀ ਆਹ ਹੋ ਰਿਹਾ, ਆਹ ਹੋ ਰਿਹਾ। ਮੁਰਤਜ਼ਾ ਖਾਨ ਕੋਈ ਚੁਗਲੀ ਨਹੀਂ ਕਰਦਾ। ਇਸ ਤਰ੍ਹਾਂ ਜਿਹੜਾ ਹੋਰ ਨੇ ਵੱਡੇ ਚੁਗਲ, ਇਹ ਵੀ ਕੋਈ ਚੁਗਲੀ ਨਹੀਂ ਕਰਦੇ। ਇਸ ਤਰ੍ਹਾਂ ਮਹਾਰਾਜ ਜੀ ਦੇ ਘਰ ਦੀ ਮਹਿਮਾ, ਵਡਿਆਈ ਜਿਹੜੀ ਉਹ ਵੱਧਦੀ ਜਾ ਰਹੀ ਹੈ। ਹਾਂਜੀ। ਦੋਹਰਾ ਸ੍ਰੀ ਸਤਿਗੁਰ ਕਰ ਵਿਆਹ ਕੋ ਲੈ ਕਰ ਪੁੱਤਰਨ ਸੰਗ। ਇਸ ਤਰ੍ਹਾਂ ਵਿਆਹ ਆਦਿ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪੁੱਤਰਾਂ ਨੂੰ ਨਾਲ ਲੈ ਕੇ ਇਸ ਪਾਸੇ ਹਿਤ ਆਖੇਰ ਕੇ ਤਿਆਰ ਹਵੇ ਗਮਨੇ ਚੜੇ ਤੁਰੰਗ। ਸ਼ਿਕਾਰ ਵਾਸਤੇ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਚਾਰਾਂ ਦੇ ਨਾਲ, ਕਿਉਂਕਿ ਬਾਬਾ ਅਟਲ ਰਾਏ ਜੀ ਪਰਉਪਕਾਰ ਲਈ ਆਪਣਾ ਜੀਵਨ ਭੇਟਾ ਕਰ ਚੁੱਕੇ ਹਨ, ਤੇ ਮਗਰ ਜੋ ਚਾਰ ਸਾਹਿਬਜ਼ਾਦੇ ਬਚੇ ਨੇ ਉਹਨਾਂ ਨੂੰ ਨਾਲ ਲੈ ਕੇ ਸ਼ਿਕਾਰ ਤੇ ਚੱਲੇ ਹਨ। ਚੋਪਈ ਅਲਪ ਸੈਨ ਲੈ ਸੰਗ ਸਿਧਾਰੇ। ਥੋੜੀ ਜਿਹੀ ਸੈਨਾ ਮਹਾਰਾਜ ਜੀ ਨੇ ਨਾਲ ਲਈ ਹੈ, ਜ਼ਿਆਦਾ ਸੈਨਿਕ ਨਹੀਂ ਲਏ। ਚਾਰੋਂ ਪੁੱਤਰ ਹਯਨ ਅਸਵਾਰੇ। ਸਾਹਿਬਜ਼ਾਦੇ ਘੋੜਿਆਂ ਤੇ ਨਾਲ ਸਵਾਰ ਹਨ। ਸ੍ਰੀ ਅੰਮ੍ਰਿਤਸਰ ਕੋ ਤਬ ਛੋਰ। ਤੇ ਅੰਮ੍ਰਿਤਸਰ ਸਾਹਿਬ ਜੀ ਨੂੰ ਛੱਡ ਕੇ ਭਾਵ ਉੱਥੋਂ ਚੱਲੇ ਹਨ। ਗਮਨੇ ਪ੍ਰਭੂ ਗਿਰਨ ਕੀ ਔਰ। ਤੇ ਇੱਧਰ ਪਠਾਨਕੋਟ ਵਾਲੇ ਪਾਸੇ, ਗੁਰਦਾਸਪੁਰ ਵਾਲੇ ਪਾਸੇ, ਜਿੱਧਰ ਬਾਬਾ ਸ੍ਰੀ ਚੰਦ ਬਾਠ ਨਗਰ ਵਿੱਚ ਰਹਿੰਦੇ ਨੇ, ਉਸ ਪਾਸੇ ਨੂੰ ਚੱਲੇ ਹਨ। ਉਹਨਾਂ ਦਿਨਾਂ 'ਚ ਸਾਰਾ ਇਲਾਕਾ ਜੰਗਲ ਸੀ। ਮਨ ਭਾਵਤ ਸੋ ਕਰਤਬ ਅਖੇਰਾ। ਮਨ ਭਾਵਤ ਸ਼ਿਕਾਰ ਕਰ ਰਹੇ ਹਨ। ਨਿਸਾ ਪਰੀ ਕਰ ਬਾਹਰ ਡੇਰਾ। ਜਦ ਰਾਤ ਹੋਈ ਹੈ ਤਾਂ ਬਾਹਰ-ਵਾਰ ਸੋਹਣੀ ਥਾਂ ਉੱਚੀ ਦੇਖ ਕੇ ਟਿਕਾਣਾ ਕੀਤਾ। ਖਾਨ ਪਾਨ ਕਰ ਕੈ ਸੁਪਤਾਏ। ਭੋਜਨ ਨਿਤਨੇਮ ਕਰਕੇ ਆਰਾਮ ਕੀਤਾ। ਪੁੱਤਰਨ ਜੁਤ ਜੇ ਨਰ ਸਮੁਦਾਏ। ਮਹਾਰਾਜ ਜੀਆਂ ਦੇ ਸਾਹਿਬਜ਼ਾਦਿਆਂ ਦੇ ਸਮੇਤ ਜਿਹੜੇ ਹੋਰ ਸੈਨਿਕ ਹਨ ਤੇ ਕੁਝ ਇਸ ਇਲਾਕੇ ਦੇ ਲੋਕ ਆ ਮਿਲੇ ਹਨ। ਵੱਡੀ ਗਿਣਤੀ ਬਣ ਗਈ ਹੈ। ਭਈ ਪ੍ਰਭਾਤ ਜਾਗ ਕਰ ਥਿਰੇ। ਅੰਮ੍ਰਿਤ ਵੇਲੇ ਸਾਰੇ ਹੀ ਜਾਗੇ ਹਨ। ਸੋਚ ਸਨਾਨ ਸਮੂਹਨ ਕਰੇ। ਸਾਰਿਆਂ ਨੇ ਸੋਚ ਇਸ਼ਨਾਨ ਕੀਤਾ ਹੈ। ਦੇਸ ਮਨੋਹਰ ਪਰਬਤ ਕਾਛੇ। ਬੜਾ ਸੋਹਣਾ ਇਲਾਕਾ ਹੈ, ਪਹਾੜੀ ਜਿਹੜੀ ਪਠਾਨਕੋਟ ਵਾਲੇ ਪਾਸੇ ਦੀ, ਉਹਦੇ ਲਾਗੇ ਲਾਗੇ। ਤਿਸੇ ਨਿਹਾਰਨ ਸਤਿਗੁਰ ਬਾਛੇ। ਤੇ ਮਹਾਰਾਜ ਸੱਚੇ ਪਾਤਸ਼ਾਹ ਉਹ ਪਹਾੜੀਆਂ ਦੇਖਣਾ ਚਾਹੁੰਦੇ ਹਨ। ਸੁਨਿਓ ਪ੍ਰਥਮ ਹੀ ਤਿਸ ਦਿਸ ਮਾਹੀ। ਪਹਿਲਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਨਿਓ ਪ੍ਰਥਮ ਹੀ ਤਿਸ ਦਿਸ ਮਾਹੀ, ਬਈ ਉਸ ਪਾਸੇ, ਉਸ ਦਿਸ਼ਾ ਵੱਲ ਸ੍ਰੀ ਨਾਨਕ ਨੰਦਨ ਰਹਿਤਾਹੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਉੱਥੇ ਨਿਵਾਸ ਕਰਦੇ ਹਨ। ਸ੍ਰੀ ਚੰਦ ਜਿਨ ਬੈਸ ਬਿਲੰਦੰ। ਬੜੀ ਵੱਡੀ ਉਮਰ ਹੈ ਬਾਬਾ ਸ੍ਰੀ ਚੰਦ ਦੀ। ਦੇਖੋ ਕਿੰਨੀ ਵੱਡੀ ਉਮਰ ਦੇ ਵਾਲੇ ਹੋਏ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ
ਹਾਲੇ ਕਾਇਮ ਮੁਕਾਮ ਹਨ। ਜੋਗ ਬਿਰਤੀ ਕੋ ਲੇਤ ਆਨੰਦ, ਤੇ ਜੁੜੇ ਹੋਏ ਨੇ, ਅੰਦਰ ਬਿਰਤੀ ਜੁੜੀ ਹੋਈ ਹੈ, ਆਨੰਦ ਵਿੱਚ ਰਹਿੰਦੇ ਹਨ। ਸ੍ਰੀ ਹਰਿ ਗੋਬਿੰਦ ਚਹਿਓ ਨਿਹਾਰੈ। ਮਹਾਰਾਜ ਮੇਰੀ ਪੀਰੀ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮਨ ਵਿੱਚ ਇੱਛਾ ਬਣਾਈ ਕਿ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕਰ ਆਏ। ਮੈਂ ਅਰਜ਼ ਕਰਾਂ, ਅਸੀਂ ਕਈ ਦਫਾ ਆਪਣਾ ਬਹੁਤਾ ਗਿਆਨ ਸਾਬਤ ਕਰਨ ਲਈ ਨਾ ਗੁਰੂ ਕੇ ਸਾਹਿਬਜ਼ਾਦਿਆਂ ਲਈ ਵੀ ਮਾੜੇ ਸ਼ਬਦ ਵਰਤ ਲੈਂਦੇ। ਉਹ ਮਹਾਨ ਸਤਿਕਾਰਯੋਗ, ਉਹ ਸ਼ਰਧੇ ਨੇ ਤੇ ਉਹ ਮਹਾਨ ਪੂਜਣਯੋਗ ਨੇ। ਤਾਂ ਹੀ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਭ ਤੋਂ ਵੱਡੀ ਭੇਟ ਬਾਬਾ ਸ੍ਰੀ ਚੰਦ ਜੀ ਨੂੰ ਦਿੱਤੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਸਾਰਾ ਜਗਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟਾਵਾਂ ਅਰਪਣ ਕਰਦਾ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਸਪੁੱਤਰ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਬਾਬਾ ਸ੍ਰੀ ਚੰਦ ਜੀ ਨੂੰ ਭੇਟਾ ਕਰ ਦਿੱਤਾ। ਆਪਣਾ ਪੁੱਤਰ ਭੇਟਾ ਕਰ ਦੇਣਾ ਇਹ ਕੋਈ ਛੋਟੀ ਜਿਹੀ ਭੇਟਾ ਨਹੀਂ, ਬਹੁਤ ਸਨਮਾਨਯੋਗ ਹੈ। ਮਹਾਰਾਜ ਉਸ ਪਾਸੇ ਦਰਸ਼ਨ ਕਰਨਾ ਚਾਹੁੰਦੇ ਹਨ। ਗਮਨੈ ਤਿਸ ਹੀ ਦੇਸ ਬਿਹਾਰੈ, ਔਰ ਉਸ ਦੇਸ਼ ਵਿੱਚ ਹੀ ਭਰਮਣ ਕਰ ਰਹੇ ਹਨ। ਹਿਮ ਚਿਤ ਧਾਰਤ ਗਿਰਾ ਉਚਾਰੀ। ਇਸ ਤਰ੍ਹਾਂ ਮਨ ਵਿੱਚ ਵਿਚਾਰ ਕੇ ਆਪਣੇ ਸਿੱਖਾਂ ਨਾਲ ਇਹ ਵਿਚਾਰ ਸਾਂਝਾ ਕੀਤਾ। ਪੂਰਨ ਤਿਆਰੀ ਕਰ ਅਸਵਾਰੀ, ਆਖਣ ਲੱਗੇ ਚਲੋ ਤਿਆਰੀ ਕਰੋ, ਸਵਾਰੀ ਕਰੀਏ, ਚੱਲਣਾ ਹੈ। ਸੁਨਤ ਹੁਕਮ ਕੋ ਸਕਲ ਸੰਭਾਲੇ। ਸਾਰਿਆਂ ਨੇ ਮਹਾਰਾਜ ਜੀ ਦਾ ਹੁਕਮ ਸੁਣ ਕੇ ਤੇ ਸਾਵਧਾਨ ਹੋਏ। ਜੀਨ ਤੁਰੰਗਨ ਤਤ ਛਨ ਡਾਲੇ, ਤੇ ਉਸੇ ਵੇਲੇ ਹੀ ਘੋੜਿਆਂ ਤੇ ਕਾਠੀਆਂ ਪਾ ਲਈਆਂ। ਖਾਨ ਪਾਨ ਕਰ ਹਯਨ ਅਰੋਹੇ, ਤੇ ਭੋਜਨ ਆਦਿਕ ਲੰਗਰ ਛਕ ਕੇ ਸਾਰੇ ਘੋੜਿਆਂ ਤੇ ਸਵਾਰ ਹੋ ਗਏ। ਸੈਨ ਸਹਿਤ ਸੁਤ ਚਾਰੋਂ ਸੋਹੇ। ਸੈਨਿਕਾਂ ਸਿੱਖਾਂ ਸਮੇਤ ਚਾਰੇ ਸਾਹਿਬਜ਼ਾਦੇ ਮਹਾਰਾਜ ਜੀ ਦੇ ਪਰਬਤ ਕੀ ਕਾਛਰ ਕੋ ਗਏ। ਔਰ ਇਸ ਤਰ੍ਹਾਂ ਕਾਛੜ ਪਹਾੜ ਤੋਂ ਨਦੀ ਦੇ ਲਾਗਲੇ ਇਲਾਕੇ ਲਈ ਇਹ ਵਰਤਿਆ ਸ਼ਬਦ ਭਾਈ ਸਾਹਿਬ ਜੀ। ਸਮੁੰਦਰ ਦੀ ਕੋਲ ਦੀ ਜ਼ਮੀਨ ਨੂੰ ਵੀ ਪਠਾਰ, ਕਸਾਰ ਆਦਿਕ ਕਹਿੰਦੇ ਨੇ। ਅੰਗਰੇਜ਼ੀ ਵਾਲੇ ਡੈਲਟਾ ਕਹਿ ਦਿੰਦੇ ਨੇ, ਜਿੱਥੋਂ ਨਦੀਆਂ ਵਗ ਕੇ ਗਈਆਂ ਹੋਣ, ਮੰਡ ਕਹਿ ਦਿੰਦੇ ਨੇ। ਇਸ ਢੰਗ ਦੇ ਨਾਲ ਇਹ ਕਾਛੜ ਸ਼ਬਦ ਵਰਤਿਆ ਹੈ। ਕਿਤਕ ਅਖੇਰਨ ਖੇਲਤ ਪਏ, ਇਸ ਤਰ੍ਹਾਂ ਕੁਝ ਸ਼ਿਕਾਰ ਵੀ ਕਰਦੇ ਜਾ ਰਹੇ ਹਨ। ਹੋਰ ਜਹਾਂ ਸ੍ਰੀ ਨਾਨਕ ਨੰਦ। ਤੇ ਫਿਰ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਹਨ, ਪਹੁੰਚੇ ਤੇ ਸ੍ਰੀ ਹਰਿ ਗੋਬਿੰਦ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਬਾਠ ਨਗਰ ਵਿੱਚ ਆ ਪਹੁੰਚੇ ਹਨ। ਉਤਰ ਤੁਰੰਗ ਤੇ ਲੈ ਸੁਤ ਚਾਰੀ। ਚਾਰੇ ਸਾਹਿਬਜ਼ਾਦਿਆਂ ਸਮੇਤ ਉਹਨਾਂ ਨੂੰ ਨਾਲ ਲੈ ਕੇ ਘੋੜੇ ਤੋਂ ਉਤਰੇ ਹਨ। ਸ੍ਰੀ ਚੰਦ ਦਰਸੇ ਤਪ ਧਾਰੀ। ਬਹੁਤ ਵੱਡੀ ਤਪਸਵੀ ਆਤਮਾ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਹਨ। ਚਰਨ ਕਮਲ ਪਰ ਬੰਦਨ ਕੀਨ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਸਮੇਤ ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਪੁਨ ਕਰ ਜੋਰ ਸਮੁਖ ਆਸੀਨ। ਤੇ ਫਿਰ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਦੇਖੋ ਸਤਿਕਾਰ ਕਰਨਾ ਵੀ ਆਉਣਾ ਚਾਹੀਦਾ। ਗੁਰੂ ਹਰਗੋਬਿੰਦ ਸਾਹਿਬ ਤਿੰਨਾਂ ਲੋਕਾਂ ਦੇ ਮਾਲਕ ਨੇ, ਗੁਰੂ ਨਾਨਕ ਜੋਤ ਨੇ, ਪਰ ਫਿਰ ਵੀ ਪਹਿਲੇ ਜਾਮੇ ਦੇ ਸਾਹਿਬਜ਼ਾਦੇ ਨੇ ਬਾਬਾ ਸ੍ਰੀ ਚੰਦ। ਤੇ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਫਿਰ ਥੱਲੇ ਬੈਠ ਗਏ। ਪਰਮ ਬ੍ਰਿਧ ਜੋਗੇ ਸਰਹੇਰਾ। ਬਹੁਤ ਵੱਡੀ ਉਮਰ ਦੇ ਬਜ਼ੁਰਗ ਯੋਗੀਆਂ ਦੇ ਵੱਡੇ ਯੋਗੀ ਦੇਖਿਆ। ਸ੍ਰੀ ਬਾਬੇ ਸੁਤ ਕਹਿ ਸਬੇਰਾ। ਤੇ ਬਾਬਾ ਜੀ ਦੇ ਸਪੁੱਤਰ ਜੀ ਨੇ ਉਸ ਵੇਲੇ ਆਖਿਆ, ਕੋਹ ਪੁਰਖਾ ਕੇਤਕ ਹੈ ਨੰਦ। ਆਖਣ ਲੱਗੇ ਕੋ ਪੁਰਖਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਵੀ ਕਿੰਨੇ ਬੱਚੇ ਨੇ ਤੁਹਾਡੇ? ਤਬ ਬੋਲੇ ਸ੍ਰੀ ਹਰਿ ਗੋਬਿੰਦ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੱਥ ਜੋੜ ਕੇ ਆਖਣ ਲੱਗੇ, ਪੰਚ ਹੁਤੇ ਇੱਕ ਭਾ ਪਰਲੋਕ ਹੈ। ਆਖਿਆ ਬਾਬਾ ਜੀ ਪੰਜ ਸਣ ਤੁਸੀਂ ਬਖਸ਼ੇ, ਇੱਕ ਪਰਲੋਕ ਗਮਨ ਕਰ ਗਏ ਹਨ। ਚਤਰ ਆਪ ਕੋ ਦਰਸ ਬਿਲੋਕ ਹੈ। ਤੇ ਚਾਰ ਤੁਹਾਡੇ ਚਰਨਾਂ 'ਚ ਬੈਠੇ ਹੋਏ ਹਨ, ਦਰਸ਼ਨ ਕਰ ਰਹੇ ਹਨ। ਕਹਿਓ ਸ੍ਰੀ ਚੰਦ ਇੱਕ ਹਮ ਦੇਹੋ। ਬਾਬਾ ਸ੍ਰੀ ਚੰਦ ਕਹਿਣ ਲੱਗੇ, ਫਿਰ ਜੇ ਚਾਰ ਹੈਗੇ ਨੇ,
ਇੱਕ ਚਲੇ ਗਏ ਨੇ, ਚੌਂ ਨਾਲ ਕੰਮ ਚੱਲਦਾ ਪਿਆ ਨਾ। ਤੇ ਮਹਾਰਾਜ ਕਹਿਣ ਲੱਗੇ ਹਾਂ ਚੱਲਦਾ ਪਿਆ। ਤੇ ਬਾਬਾ ਸ੍ਰੀ ਚੰਦ ਕਹਿਣ ਲੱਗੇ ਤਿੰਨਾਂ ਨਾਲ ਵੀ ਚੱਲ ਜਾਏਗਾ, ਇੱਕ ਸਾਨੂੰ ਦੇ ਦਿਓ, ਇੱਕ ਸਾਨੂੰ ਆਪਣਾ ਪੁੱਤਰ ਦੇ ਦੇਵੋ। ਅਪਰ ਆਪਨੇ ਸੰਗ ਰਖੇ ਹੋ, ਬਾਕੀ ਦੇ ਤਿੰਨ ਤੁਸੀਂ ਆਪਣੇ ਨਾਲ ਰੱਖ ਲਵੋ। ਸੁਨ ਕਰ ਗੁਰ ਸ੍ਰੀ ਹਰਿ ਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਬਾ ਸ੍ਰੀ ਚੰਦ ਜੀਆਂ ਤੋਂ ਸੁਣ ਕੇ ਬੜ ਸੁਤ ਅਰਪਿਓ ਤਬ ਸ੍ਰੀ ਚੰਦ। ਬਾਬਾ ਸ੍ਰੀ ਚੰਦ ਨੂੰ ਕਹਿਣ ਲੱਗੇ ਵੀ ਜਿਹੜੇ ਸਭ ਤੋਂ ਵੱਡੇ ਗੁਰਦਿੱਤਾ ਜੀ ਨੇ ਤੁਸੀਂ ਲੈ ਲਓ। ਕਿਤਨੀ ਵੱਡੀ ਭੇਟ ਹੈ ਸਾਧ ਸੰਗਤ, ਇਤਨੀ ਵੱਡੀ ਭੇਟ ਕੋਈ ਕਰ ਸਕਦਾ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰ ਦਿੱਤੀ ਹੈ। ਸਸਤਰ ਬਸਤਰ ਪਹਿਰਾਏ ਨਵੀਨ, ਸੋਹਣੇ ਨਵੇਂ ਬਸਤਰ ਤੇ ਨਵੇਂ ਕੀਮਤੀ ਸ਼ਸਤਰ ਪਹਿਨਾ ਕੇ ਟਿਕ ਬਿਠਾਏ ਕਰ ਬੰਧਨ ਕੀਨ। ਤੇ ਬਾਬਾ ਸ੍ਰੀ ਚੰਦ ਜੀਆਂ ਦੇ ਕੋਲ ਬਿਠਾ ਕੇ ਤੇ ਮੱਥਾ ਟੇਕ ਦਿੱਤਾ। ਆਖਿਆ ਲਓ ਵੱਡਾ ਸਾਡਾ ਸਾਹਿਬਜ਼ਾਦਾ ਤੁਸੀਂ ਲੈ ਲਵੋ। ਸ੍ਰੀ ਨਾਨਕ ਸੁਤ ਭਇਓ ਪ੍ਰਸੰਨ। ਤੇ ਬਾਬਾ ਸ੍ਰੀ ਚੰਦ ਜੀ ਬਹੁਤ ਪ੍ਰਸੰਨ ਹੋ ਗਏ। ਧਰ ਹੁਨ ਮਰਤਾਇਆ ਤੇ ਧਨ। ਤੇ ਅੱਖਾਂ ਵਿੱਚ ਉਹਨਾਂ ਦੇ ਜਲ ਵੀ ਆ ਗਿਆ, ਹੱਥ ਵੀ ਜੁੜ ਗਏ, ਸੀਸ ਵੀ ਝੁਕ ਗਿਆ। ਤੇ ਆਖਿਆ ਗੱਲ ਇਹ ਹੈ ਅਸੀਂ ਤਾਂ ਲੈਣੇ ਨੂੰ ਹੀ ਧਨ ਸਮਝਦੇ ਰਹੇ, ਪਰ ਤੁਹਾਡੇ ਵਿੱਚ ਵੀ ਉਹੀ ਨਿਮਰਤਾ ਹੈ। ਤੁਸੀਂ ਧਨ ਹੋ, ਤੁਸੀਂ ਧਨ ਹੋ, ਤੁਸੀਂ ਧਨ ਹੋ। ਇਸ ਤਰ੍ਹਾਂ ਰੋ ਰੋ ਕੇ ਆਖਣ ਲੱਗੇ ਸਭ ਕਿਛ ਲੀਨੋ ਪੂਰਬ ਤੁਮੈ। ਤੁਸੀਂ ਤਾਂ ਸਭ ਕੁਝ ਸਾਡੇ ਕੋਲੋਂ ਪਹਿਲਾਂ ਹੀ ਲੈ ਲਿਆ ਹੈ। ਟੋਪੀ ਰਹੀ ਹੁਤੀ ਇਹੋ ਸਮੈ। ਬਸ ਬਸਤਰ ਸਾਰੇ ਪਹਿਲਾਂ ਹੀ ਲੈ ਲਿਆ, ਇੱਕ ਟੋਪੀ ਬਚੀ ਹੋਈ ਸੀ, ਇਹ ਵੀ ਦੇ ਦਿੰਦੇ ਹਾਂ। ਸੋਪ ਲਈ ਤੁਮ ਜੁਤ ਵਡਿਆਈ। ਇਹ ਤੁਹਾਡੀ ਵਡਿਆਈ ਹੈ, ਵੱਡੀ ਨਿਮਰਤਾ ਹੈ ਕਿ ਤਾਜ ਵੀ ਜਿਹੜਾ ਗੁਰੂ ਨਾਨਕ ਦਾ ਮੇਰੇ ਕੋਲ ਟੋਪੀ ਰੂਪ ਵਿੱਚ ਹੈ, ਮੈਂ ਤੁਹਾਨੂੰ ਭੇਟਾ ਕਰਦਾ ਹਾਂ। ਤੁਮਰੀ ਕ੍ਰਿਤ ਤੁਮੈ ਬਨਿਆਈ। ਮਹਾਰਾਜ ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਤੁਹਾਨੂੰ ਹੀ ਬਣਾਉਂਦੀ ਹੈ, ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ। ਜਿਮ ਕਹਿ ਟੋਪੀ ਸਿਰ ਤੇ ਲੀਨ। ਇਸ ਤਰ੍ਹਾਂ ਆਪਣੇ ਸਿਰ ਤੋਂ ਜਿਹੜਾ ਉਹ ਬਸਤਰ ਸੀ, ਟੋਪੀ ਜਾਂ ਕੋਈ ਦਸਤਾਰ ਹੋਵੇਗੀ, ਉਹ ਲਾ ਕੇ ਗੁਰ ਦਿੱਤੇ ਕੇ ਸਿਰ ਧਰ ਦੀਨ। ਉਹ ਬਾਬੇ ਗੁਰਦਿੱਤੇ ਦੇ ਸਿਰ ਤੇ ਰੱਖ ਦਿੱਤੀ। ਆਖਿਆ ਲਓ ਗੁਰੂ ਨਾਨਕ ਦਾ ਇੱਕ ਤਾਜ ਮੇਰੇ ਕੋਲ ਸੀ, ਮੈਂ ਉਹ ਵੀ ਤੁਹਾਨੂੰ ਦਿੰਦਾ ਹਾਂ। ਅਪਰ ਪੁੱਤਰ ਗੁਰ ਕੇ ਲਖ ਚਿੱਤਾ। ਔਰ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਦੇ ਜਿਹੜੇ ਸਪੁੱਤਰ ਹਨ, ਭਇਓ ਸੋ ਬਾਬੇ ਕੋ ਗੁਰ ਦਿੱਤਾ। ਉਸ ਦਿਨ ਤੋਂ ਬਾਬਾ ਸ੍ਰੀ ਚੰਦ ਜੀ ਦਾ ਪੁੱਤਰ ਬਣ ਗਏ ਬਾਬਾ ਗੁਰਦਿੱਤਾ ਜੀ। ਇਸ ਕਰਕੇ ਉਹਨਾਂ ਦੇ ਨਾਮ ਨਾਲ ਬਾਬਾ ਸ਼ਬਦ ਵੀ ਅੱਜ ਤੱਕ ਲੱਗਦਾ ਆ ਰਿਹਾ। ਹੁਣ ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ, ਬਾਕੀ ਵਿਚਾਰ ਆਪ ਕੱਲ ਸਰਵਣ ਕਰੋਗੇ। ਬੜੀ ਇਕਾਗਰਤਾ ਨਾਲ ਸਭ ਨੇ ਸਰਵਣ ਕੀਤਾ ਹੈ। ਸਭ ਦਾ ਹਾਰਦਿਕ ਤੌਰ ਤੇ ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ, ਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਾਉਣੀ ਹੈ। ਪਰ ਪੇਸ਼ਤਰ 2 ਮਿੰਟ ਸਾਰੇ ਮਿਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜਨਾ। ਬੜੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਮਹਾਰਾਜ ਜੀ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ। ਸਤਿਗੁਰੂ ਪਾਤਸ਼ਾਹ ਸਭ ਨੂੰ ਆਪਣੇ ਦਰੋਂ ਖੁਸ਼ੀਆਂ ਨਾਲ ਨਿਵਾਜਣ। ਆਓ ਜਾਪ ਨਾਲ ਜੁੜੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।